ਹੁਣ ਤਾਂ ਜਗਤਾਰ ਸਿੰਘ ਸਿੰਘ ਦਾ ਪਹਿਲੇ ਦਾ ਨਾਮ ਗੌਤਮ ਸਿੰਘ ਸੀਗਾ। ਰਾਂਚੀ झारखंड ਦੇ ਰਹਿਣ ਵਾਲੇ ਹੈਗੇ। ਆਪਣੇ ਨਾਲ ਕਹਿੰਦਾ ਮੈਂ ਜਦ ਗੁਰੂ ਮੈਂ ਜਿੱਥੇ ਅਰਦਾਸ ਕਰਦਾ ਉੱਥੇ ਮੈਂ ਨਾਲ ਖੜ ਜਾਂਦਾ ਗੁਰੂ। ਮੈਂ ਮੇਰਾ ਪਿਛੋਕੜ ਕੋਈ ਪੰਜਾਬ ਦਾ ਨਹੀਂ ਹੈ, ਕੋਈ ਸਿੱਖੀ ਵਾਲਾ ਕੋਈ ਮੇਰੇ ਜਦੋਂ ਮੈਂ ਉੱਥੇ ਰਾਂਚੀ ਘੱਟੋ ਘੱਟ 24-25 ਸਾਲ ਕੋਈ ਮੇਰਾ ਸਿੱਖ ਦੋਸਤ ਨਹੀਂ, ਕੋਈ ਪਿੰਡ ਦੇ ਆਲੇ ਦੁਆਲੇ ਕੋਈ ਸਿੱਖ ਨਹੀਂ। ਇਹ ਸਾਰਾ ਕੁਝ ਅਚਨਚੇਤ ਵਰਤਿਆ ਬਾਬੇ। ਕੋਈ ਕਹਦੇ ਕਿ ਜਿਸ ਹੈਗਾ ਸਰਵੇ ਪੰਜਾਬ ਦਾ ਨਹੀਂ, ਇਹ ਗੁਰੂ ਦਾ ਹੈਗਾ। ਕੀ ਬਾਤ ਹੈ। ਦੇਖੋ ਬਾਬੇ ਗੱਲ ਸਿੱਧੀ ਸਾਫ਼ ਹੈ, ਸਿੱਖੀ ਪ੍ਰਚਾਰ ਦੀ ਗੱਲ ਹੈ ਨਹੀਂ, ਸਿੱਖੀ ਅਮਲ ਦੀ ਗੱਲ ਹੈ। ਜਿਹੜਾ ਬੰਦਾ ਕਿਰਦਾਰ ਸਿੱਖ ਦਾ ਕਿਰਦਾਰ ਦੇਖੋ, ਜਿਹੜਾ ਕੇਸ ਹੈ ਇਹ ਕੁਦਰਤ ਵੱਲੋਂ ਹਰ ਇੱਕ ਪ੍ਰਾਣੀ ਨੂੰ ਮਿਲਿਆ ਹੈਗਾ। ਸਿੱਖੀ ਤੁਸੀਂ ਲੱਖ ਪ੍ਰਚਾਰ ਕਰ ਲਓ, ਕਿੰਨਾ ਪ੍ਰਚਾਰ ਕਰ ਲਓ, ਪੰਜਾਬ ਵਿੱਚ ਘੱਟ ਹੈਗਾ ਪ੍ਰਚਾਰ ਹੈਗਾ, ਲੇਕਿਨ ਸਿੱਖ ਕਿੱਥੇ ਤੇ ਪੰਜਾਬ ਸਿੱਖ ਮੁੱਕੇ ਜਾਂਦੇ। ਬਿਨਾਂ ਕਿਰਦਾਰ ਦੇ ਕੋਈ ਸਿੱਖ ਨਹੀਂ ਹੋ। ਕੋਈ ਭਾਵੇਂ ਕੋਈ ਕਿੰਨਾ ਵੱਡਾ ਡੁਮਾਲਾ ਬਣ ਲੈ, ਕਿੰਨੇ ਵੱਡੇ ਸ੍ਰੀ ਸਾਹਿਬ ਤੁਸੀਂ ਰੱਖ ਲਓ, ਦਾੜਾ बढ़ा लो ना, ਜਦੋਂ ਕੱਲ ਤੁਹਾਡੇ ਕੋਲ ਕਿਰਦਾਰ ਨਹੀਂ ਹੈ ਤੁਸੀਂ ਸਿੱਖ ਨਹੀਂ ਅਖਵਾ ਸਕਦੇ। ਮੈਂ ਇੱਕ ਫੈਮਿਲੀ ਨੂੰ ਜਾਣਦਾ ਸੀਗਾ ਜਿਹੜੇ ਸਿੱਖ ਸੀਗੇ, ਉਹਦੇ ਮੁੰਡੇ ਨੇ ਕੇਸ ਕਟਾਤਾ, ਉਹਦੇ ਪਿਓ ਨੇ ਆਪਣੇ ਮੁੰਡੇ ਨੂੰ ਬੇਦਖਲ ਕਰਤਾ ਸਾਰੇ, ਤੇ ਉਹਨੇ ਕਰੋ ਕੱਢਤਾ ਸੀਗਾ ਬਈ ਤੂੰ ਸਾਡਾ ਮੁੰਡਾ ਨਹੀਂ ਹੋ ਸਕਦਾ। ਪੰਜਾਬ ਵਿੱਚ ਕਿੰਨੇ ਕੁ ਸਿੱਖਾਂ ਮੁੰਡੇ ਸਿੱਖ ਕੇਸ ਕਰਾਉਣ ਕੋਈ ਨਾ ਕੋਈ, ਚਲੋ ਕੋਈ ਦਿੱਕਤ ਨਹੀਂ ਹੈਗਾ। ਅਮਲਾਂ ਤੇ ਹੋਣਗੇ ਨਬੇੜੇ। ਜਿੱਥੇ ਤੁਹਾਡੇ ਕੋਲ ਅਮਲ ਹੈ, ਕਿਰਦਾਰ ਹੈ, ਨਿਮਰਤਾ ਹੈ, ਤਾਂ ਹੀ ਸਿੱਖੀ ਫਲੋਗੀ। पत्तलकार हैं बहुत, पत्रकार का कोई है पत्तलकार। उन्होंने पंजाबी में क्या लिख रहे हैं? महिला। जनानी थी भी नहीं, कुड़ी नहीं, सुहानी, महिला। ਤਾਂ ਉਹਨਾਂ ਲੋਕਾਂ ਨੂੰ ਗਰਾਊਂਡ ਦਾ ਨਹੀਂ ਸੀ ਪਤਾ। ਉਹਨਾਂ ਨੂੰ ਐਂ ਲੱਗਦਾ ਸੀ ਵੀ ਇਹ ਸ਼ਾਇਦ ਪੰਜਾਬ ਦਾ ਆਪਣਾ ਮਸਲਾ, ਇਸ ਕਰਕੇ ਉਹ ਆਏ ਨੇ, ਉਹਨਾਂ ਦਾ ਖਾਲਿਸਤਾਨ ਦਾ ਮਸਲਾ। ਇਸ ਤਰੀਕੇ ਦੀਆਂ ਅਫਵਾਹਾਂ ਉੱਥੇ ਫੈਲਦੀਆਂ ਸੀਗੀਆਂ। ਭਈਏ ਨਾਲ ਗੱਲ ਕਰਨੀ, ਉਹਨਾਂ ਨਾਲ ਅਸੀਂ ਪੰਜਾਬੀ 'ਚ ਨਹੀਂ ਗੱਲ ਕਰਨੀ, ਉਹ ਹਿੰਦੀ में बोलेंगे बात जदी और ना सा तो बोल ਹੁੰਦੀ ਆ। ਅੱਛਾ, ਤੁਸੀਂ ਮਤਲਬ ਕਿ ਤੁਹਾਡੇ ਘਰਦਿਆਂ ਨੇ ਵੀ ਤੁਹਾਨੂੰ ਸਵੀਕਾਰ ਕਰ ਲਿਆ ਵੀ ਤੁਸੀਂ ਕਮੀਜ਼ ਨਹੀਂ ਪਾਣੀ? ਉਹ ਨਹੀਂ ਕਹਿੰਦੇ ਨਹੀਂ ਵੀ ਮੈਂ ਸ਼ਾਇਦ ਬਾਜ਼ਾਰ ਜਾਣਾ, ਤੁਹਾਡੇ ਨਾਲ ਚੰਗਾ ਨਹੀਂ ਲੱਗਦਾ? वो वहाँ लोकल भाषा में कह देते हैं बिना कुर्ती वाले वकील। देश पाल देख रहे थे मैं 26 सैक्टर के बीच 26 नहीं 28 के बीच, मैं 28 सैक्टर चंडीगढ़ के बीच अपना हैगा केंद्री श्री गुरु सभा, श्री गुरु सिंह सभा। हाँ, श्री गुरु सिंह सभा और बहुत वधिया। और एक अज विचार चर्चा थी, उसके ਵਿੱਚ ਕਈ ਅਜੂਬੇ ਬੰਦੇ ਆਏ ਵੇ ਤੇ। ਅਜੂਬੇ ਤਾਂ ਨਹੀਂ, ਮਤਲਬ ਕਿ ਉਹ ਆਪਣੇ ਜਿਹੜੀ ਜਾਂ ਹੋਈ ਜੜਾਂ ਜਿਹੜੀਆਂ ਆਪਣੀਆਂ ਚੰਗਿਆੜੇ ਜਿਹੜੇ ਅਸਲੀ ਰੂਹ ਵਾਲੇ ਉਹਨਾਂ ਨਾਲ ਜੁੜੇ ਵੇ। ਉਹਨਾਂ ਵਿੱਚ ਇੱਕ ਬਾਈ ਕੁਲਵੀਰ ਸਿੰਘ ਮੁਸ਼ਕਾਬਾਦ ਹੈ। ਇਹਨਾਂ ਨੂੰ ਥਾਨੇ ਕਿਸਾਨੀ ਮੋਰਚੇ ਮੈਂ ਜਹਾਜ਼ ਮੈਂ ਚੜ੍ਹ ਕੇ, ਰੇਲ ਗੱਡੀ ਮੈਂ ਚੜ੍ਹ ਕੇ ਗੁਜਰਾਤ ਚਲੇ ਗਏ। ਔਰ ਇਹ ਲਿਬਾਸ ਜਿਹੜਾ ਮਾਰੇ ਅਸਲੀ ਬਾਬੇ ਦਾਦਿਆਂ ਦਾ। ਅਸਲ ਮੈਂ ਇੱਕ ਹੋਰ ਬਾਤ ਦੱਸ ਦਿਆਂ ਵੀ ਜਿਹੜਾ ਪਜਾਮਾ ਮੈਂ ਪਾਇਆ ਵਾ ਇਹ ਵੀ ਮਾਰਾ ਨਹੀਂ ਹੈ, ਇਹ ਹੈਗਾ ਪਾਏ ਜਾਮਾ। ਪੈਰਾਂ ਦੇ ਵਿੱਚ ਨੂੰ ਪਾਣੇ ਵਾਲਾ ਜਾਮਾ ਕੱਪੜਾ, ਇਹ ਇਰਾਨ ਤੇ ਆਇਆ ਵਾ। ਅਸਲੀ ਉਹੀ ਹੈ, ਇਹੀ ਹੈ ਚਾਦਰਾ ਜੀ। ਪਿੰਡ ਸਾਡੇ ਤੇ ਮੁੰਡੇ ਵੇਖ ਲਓ ਜੀ, ਕੰਨੀ ਦੇ ਪਾਵੇ ਕੰਨੀਦਾਰ, ਪਤਾ ਨਹੀਂ ਕਿਆ ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰਾ ਜੇ ਮੁੰਡਿਆ ਕੋ ਤਾਂ ਵਾਹ ਜੀ ਬੋਲੀ ਚਾਦਰੇ ਸੀ। ਚਲੋ ਜੀ ਥਮੇ ਸੁਣਾ ਦੱਸੋ ਪਹਿਲਾਂ ਦਾ ਵੀ ਇਹ ਚਾਦਰੇ ਮੈਂ ਕਦ ਆ ਗਏ ਥਮੇ? ਹਾਂ, ਨਹੀਂ ਚਾਦਰਾ ਪਾਉਣ ਦਾ ਮੈਨੂੰ ਬਚਪਨ ਤੋਂ ਹੀ ਸ਼ੌਂਕ ਆ। ਸਾਡੇ ਬਜ਼ੁਰਗਾਂ ਦੇ ਪਹਿਰਾਵਾ ਸੀਗਾ ਤੇ ਉਹਨਾਂ ਨੂੰ ਦੇਖ ਕੇ ਹਮੇਸ਼ਾ ਚੰਗਾ ਲੱਗਦਾ ਸੀਗਾ। ਪਰ ਜਦੋਂ ਮੈਂ ਪੰਜਾਬ ਤੋਂ ਬਾਹਰ ਜਾਣਾ ਉਦੋਂ ਮੈਂ ਸਪੈਸ਼ਲ ਇਹ ਪਾਉਂਦਾ ਹੁੰਦਾ ਸੀਗਾ। ਪਰ ਹੁਣ ਜਿੱਦਣ ਦਾ ਕਿਸਾਨੀ ਅੰਦੋਲਨ ਦੇ ਵਿੱਚ ਗਿਆ, ਉਦੋਂ ਘੁੰਮਣਾ ਵੀ ਪੰਜਾਬ ਤੋਂ ਬਾਹਰ ਹੀ ਸੀਗਾ, ਸਾਰੇ ਪਾਸੇ ਪ੍ਰਚਾਰ ਕਰਨਾ, ਤਾਂ ਮੈਂ ਇਹੀ ਪਾ ਕੇ ਰੱਖਦਾ ਸੀਗਾ। ਹੁਣ ਲੋਕਾਂ ਨੇ ਕਿਹਾ, ਕਹਿੰਦਾ ਯਾਰ ਤੂੰ ਤਾਂ ਇਹ 'ਚ ਜੱਚਦਾ, ਇਹੀ ਪਾ ਕੇ ਰੱਖਿਆ ਕਰ। ਹੁਣ ਰੂਟੀਨ 'ਚ ਰੱਖਦਾ ਜੀ। ਥਮੇ ਆ ਪੱਗ ਕਾ ਲੜ ਵੀ ਦੂਆ, ਇਹ ਪੱਗ ਵਾਲਾ ਲੜ ਕਿੱਧਰ ਦੇ? ਟੌਰੀ ਪੱਗ ਜਿਹਨੂੰ ਕਹਿੰਦੇ, ਟੌਰੇ ਵਾਲੀ ਪੱਗ। ਇਹ ਇੱਕ ਕੌਮੀ ਪੂਰਾ ਇਹ ਤੋਂ ਬਿਨਾਂ ਬਣਦੀ ਹੋਈ ਨਹੀਂ ਗੱਲ ਹੈਗੀ। ਜਿਹਨੂੰ ਕਹਿੰਦੇ ਨੇ ਵੀ ਗੁੱਸੇ ਵਾਲਾ ਗੁੱਸਾ, ਜੁੱਤੀ, ਕੁੜਤਾ ਚਾਦਰਾ ਤੇ ਟੌਰੇ ਵਾਲੀ ਪੱਗ, ਇਹਦਾ ਕੰਬੀਨੇਸ਼ਨ ਇਕੱਠਿਆਂ ਦਾ ਹੀ ਆ। केरला में मैं जहाँ केरला में प्रोफेसर ਧੋਤੀ के ਵਿੱਚ ਜੀ, ਪਾਰਲੀਮੈਂਟ में ਧੋਤੀ के ਵਿੱਚ ਜੀ। ਕਿਉਂਕਿ ਅਸੀਂ ਇੱਧਰ ਪੱਛਮ ਦੇ ਲੋਕਾਂ ਦੇ ਪ੍ਰਭਾਵ ਥੱਲੇ ਬਾਤੇ ਆ ਗਏ ਨਾ, ਕਿਉਂਕਿ ਸਾਡਾ ਅਮਰੀਕਾ ਕੈਨੇਡਾ ਦੇ ਵਿੱਚ ਲੋਕਾਂ ਦਾ ਬਸਣਾ, ਜਾ ਕੇ ਉਹਨਾਂ ਦੇ ਪ੍ਰਭਾਵ ਥੱਲੇ ਆਉਣਾ ਦੇ ਕਾਰਨ ਕਰਕੇ ਅਸੀਂ ਆਪਣੇ ਰਿਵਾਜ ਤੋਂ ਭੱਜ ਇੱਕ ਚੀਜ਼ ਹੋਰ ਵੀ ਹੈ। ਥਮੇ ਨੈਟ ਕੇ ਉੱਪਰ ਨਾ ਅੰਗਰੇਜ਼ੀ ਗਲਤ ਬੋਲਦੇ ਆ, ਲਿਖ ਦਿਓ ਤਲੇ ਪੜੋ ਟਿੱਪਣੀਆਂ ਜੀ। ਉਹ ਬੱਸ ਕਰ ਰਹਿਣ ਦੇ, ਇੰਨੀ ਬੇਇੱਜ਼ਤੀ ਕਰਾ ਰਿਹਾ, ਰਹਿਣ ਦੇ ਯਾਰ, ਕਿਉਂ ਮਿੱਟੀ ਪੱਟ ਰਿਹਾ। ਪੰਜਾਬੀ ਗਲਤ ਲਿਖੀ ਨਹੀਂ ਹੁੰਦੀ। ਨਹੀਂ ਪੰਜਾਬੀ ਜਿੰਨੀ ਮਰਜ਼ੀ ਗਲਤ ਲਿਖੀ ਜਾ, ਕੋਈ ਪੁੱਛਦੇ ਨਹੀਂ ਕੁਛ। ਪੰਜਾਬੀ ਦਾ ਜਿਹੜੇ ਪੱਤਰਕਾਰ पत्तलकार हैं बहुत, पत्रकार का कोई है पत्तलकार। उन्होंने पंजाबी में क्या लिख रहे हैं? महिला।
ਜਨਾਨੀ ਤੀਵੀਂ ਨਹੀਂ, ਕੁੜੀ ਨਹੀਂ, ਸੁਆਣੀ ਮਹਿਲਾ ਮਹਿਲਾ ਹਾਂ ਵਿਅਕਤੀ। ਹਾਂ ਆਪਾਂ ਆਮ ਕਹਾਂ ਪੰਜਾਬੀ ਮੈਂ ਵੀ ਛੁਰਲੀ ਛੱਡੀ, ਜੀ ਹਾਂ ਉਹ ਕਹਾਂ ਜੀ ਜੁਮਲਾ ਹਾਂ ਜੁਮਲਾ ਹਿੰਦੀ। ਹਾਂ ਸੋ ਸਾਰਾ ਕੁਝ ਤਾਂ ਮਿਕਸ ਹੋਇਆ ਪਿਆ। ਕਿਸਾਨੀ ਮੋਰਚੇ ਵਿੱਚ ਥਾਨੇ ਖਾਸਾ ਰੌਲਾ ਪਾਇਆ, ਬੜਾ ਜਹਾਜ਼ ਮਾ ਚੜੇ, ਉਹ ਤਜਰਬਾ ਸੁਣਾਓ ਮਾੜਾ ਜਿਹਾ। ਬਹੁਤ ਅੱਛਾ ਰਿਹਾ ਜੀ, ਕਿਉਂਕਿ ਰੀਜਨ ਇਹ ਸੀ, ਉਹਦੀ ਲੋੜ ਸੀ ਉਸ ਟਾਈਮ ਦੇ ਵਿੱਚ, ਕਿਉਂਕਿ ਸਾਡੀ ਆਵਾਜ਼ ਚੱਕਣ ਵਾਲਾ ਪੂਰੇ ਦੇਸ਼ ਦੇ ਵਿੱਚ ਸਹੀ ਤਰੀਕੇ ਨਾਲ ਆਵਾਜ਼ ਪਹੁੰਚਾਉਣ ਵਾਸਤੇ ਕੋਈ ਹੱਲ ਨਹੀਂ ਸੀਗਾ, ਕੋਈ ਹੀਲਾ ਨਹੀਂ ਸੀਗਾ। ਤਾਂ ਜਿਹੜਾ ਮੀਡੀਆ ਸੀਗਾ ਸਾਡਾ, ਚਾਹੇ ਉਹ ਨੈਸ਼ਨਲ ਮੀਡੀਆ ਹੋਵੇ ਚਾਹੇ ਖੇਤਰੀ ਮੀਡੀਆ ਹੋਵੇ, ਚਲੋ ਪੰਜਾਬ ਦੇ ਚਾਹੇ ਆਪਣੇ ਸੋਸ਼ਲ ਮੀਡੀਆ ਵਾਲੇ ਆਪਣਾ ਸਾਥ ਦੇ ਰਹੇ ਸੀਗੇ, ਪਰ ਜਿਹੜੇ ਦੂਸਰੀਆਂ ਸਟੇਟਾਂ ਦੇ ਦੀ, ਚਾਹੇ ਉਹ ਯੂਪੀ ਦੀਆਂ ਦੀ, ਚਾਹੇ ਹਿਮਾਚਲ ਦੀਆਂ ਸੀ, ਜਾਂ ਕੁਝ ਹੋਰ ਸੇ ਖੇਤਰ ਭਾਸ਼ਾਵਾਂ ਦੇ ਸੀਗੇ, ਮਲਿਆਲਮ ਸੀਗੀਆਂ, ਉੱਥੇ ਜਿਹੜੀਆਂ ਨਿਊਜ਼ਾਂ ਚੱਲਦੀਆਂ ਸੀ ਉਹ ਸਾਡੇ ਖਿਲਾਫ ਹੀ ਚੱਲਦੀਆਂ ਸੀਗੀਆਂ। ਤਾਂ ਉਹਨਾਂ ਲੋਕਾਂ ਨੂੰ ਗਰਾਊਂਡ ਦਾ ਨਹੀਂ ਸੀ ਪਤਾ, ਉਹਨਾਂ ਨੂੰ ਐਂ ਲੱਗਦਾ ਸੀ ਵੀ ਇਹ ਸ਼ਾਇਦ ਪੰਜਾਬ ਦਾ ਆਪਣਾ ਮਸਲਾ, ਇਸ ਕਰਕੇ ਉਹ ਆਏ ਨੇ, ਉਹਨਾਂ ਦਾ ਖਾਲਿਸਤਾਨ ਦਾ ਮਸਲਾ, ਇਸ ਤਰੀਕੇ ਦੀਆਂ ਅਫਵਾਹਾਂ ਉੱਥੇ ਫੈਲਦੀਆਂ ਸੀਗੀਆਂ। ਉਹਨਾਂ ਨੂੰ ਖੰਡਨ ਕਰਨ ਵਾਸਤੇ, ਉਹਨਾਂ ਦੇ ਵਾਸਤੇ ਮੈਂ ਸਪੈਸ਼ਲ, ਮੈਨੂੰ ਇਹ ਲੱਗਿਆ ਵੀ ਮੈਨੂੰ ਘਰ ਛੱਡਣਾ ਪੈਣਾ, ਉਹਨਾਂ ਲੋਕਾਂ ਦੇ ਵਿੱਚ ਵਿਚਰ ਕੇ ਘੁੰਮਣ ਕੇ ਫਿਰਨਾ ਪੈਣਾ। ਫਿਰ ਜਾ ਕੇ ਪਤਾ ਲੱਗਿਆ ਵੀ ਪਰ ਆਪਣਾ ਪੰਜਾਬੀ ਥਾਂ ਬੈਠਾ, ਕੋਨੇ ਬੈਠਾ, ਉਹਨੇ ਸਾਡਾ ਮੈਸੇਜ ਪਹਿਲਾਂ ਹੀ ਬਹੁਤ ਸਹੀ ਤਰੀਕੇ ਨਾਲ ਪਹੁੰਚਾਤਾ ਸੀਗਾ। ਪਰ ਮੇਰੇ ਜਾਣ ਨਾਲ ਹੋਰ ਹੰਗਾਰਾ ਮਿਲਿਆ, ਔਰ ਸਤਿਗੁਰ ਦੀ ਮਿਹਰ ਇਸ ਜੀ ਹੋਈ ਕਿ ਆਪਾਂ ਜਿੱਤ ਦੀ ਪ੍ਰਾਪਤੀ ਤੱਕ ਗਏ ਹਾਂ। ਉਹਨਾਂ ਚਿਰ ਸੰਘਰਸ਼ ਕਰਦੇ ਰਹੇ ਹਾਂ, ਔਰ ਨੌਜਵਾਨ ਜਿਹੜੇ ਜੋ ਇਸ ਸੰਘਰਸ਼ ਨਾਲ ਜੁੜੇ ਹੋਏ ਸੀ, ਸਾਰਿਆਂ ਨਾਲ ਆਪਣੀ ਇਮਾਨਦਾਰੀ ਨਾਲ ਰੋਲ ਅਦਾ ਕੀਤਾ ਜੀ। ਅੱਛਾ, ਮੈਂ ਚਾਦਰਾ ਲਾਇਆ ਵੀ ਹੈ ਜੀ, ਜਦੋਂ ਵੀਡੀਓ में ਲੋਕਾਂ ਨੇ ਦੇਖਿਆ, ਮੇਰਾ ਬੜਾ ਸ਼ੌਂਕ ਹੈ, ਪਰ ਸਰੀਰ ਸਾਥ ਨਹੀਂ ਲੋਕ ਦੇ ਮੈਨੂੰ ਰਿਹਾ। ਪਤਾ ਕਿ ਕਹਾ ਚਾਦਰਾ ਲਾਣੇ ਨੂੰ ਮਰਿਆ ਜਾ, ਮੂੰਹ ਪਰ 13 ਵਜ ਰਹੇ ਤੇਰੇ, ਚਾਦਰੇ ਦਾ ਜਲੂਸ ਕਢਾਏਗਾ, ਮੈਂ ਦਿਲੇ ਛੱਡ ਗਿਆ। ਨਹੀਂ ਚਾਦਰੇ ਇਹ ਚਾਦਰੇ ਕੱਪੜਾ ਵੀ ਬਹੁਤ ਵਧੀਆ ਹੈ। ਜੀ ਚਲੋ ਪਤਾ ਕੀ ਗੱਲ ਹੈ ਜੀ, ਮੈਂ ਲਾਇਕ ਨਾ ਚਾਦਰਾ ਆਪਣਾ ਲਿਵਾਜ਼, ਹੁਣ ਤੁਸੀਂ ਆਪਣੀ ਬੋਲੀ ਨਹੀਂ ਛੱਡਦੇ, ਉਦੋਂ ਤਾਂ ਤੁਸੀਂ ਨਹੀਂ ਜੱਕ ਮੰਨਦੇ, ਉਦੋਂ ਤਾਂ ਤੁਸੀਂ ਉਹ ਨਹੀਂ ਮੰਨਦੇ ਹੈਗੇ, ਹੁਣ ਮੈਨੂੰ ਆਉਣਾ ਪੈਣਾ, ਠੋਕ ਕੇ ਬੋਲਦਾ, ਇਸ ਕਰਕੇ ਆਪਣੇ ਲਿਵਾਜ਼ 'ਚ ਵੀ ਆ ਜਾ, ਜ਼ਿਆਦਾ ਪਿਆਰ ਮਿਲੂਗਾ ਤੈਨੂੰ। ਸੋ ਬਹੁਤ ਨਜ਼ਾਰਾ। ਤੇ ਮੈਂ ਇੱਕ ਦਿਨ ਫਿਰ ਇਸੇ ਮੈਂ ਨਾ ਇਹ ਗੈਲ ਵਾਲਾ ਜਚਾ ਜਿਹੜਾ ਕੁੜਤਾ ਹਾਂ ਇਕੱਠਾ ਜ਼ਰੂਰੀ ਆ, ਕਿਉਂਕਿ ਉਹਦੇ ਜਿਹੜਾ ਟੋਟਿਆਂ ਜਿਹਾ ਹੁੰਦਾ, ਵੈਸੇ ਉਹ ਡੱਬੀਆਂ ਵਾਲਾ ਚਾਦਰਾ ਵੀ ਅੱਛਾ ਲੱਗਦਾ, ਪਰ ਜਿਹੜਾ ਇਕੱਠਾ ਹੋਵੇ ਨਾ, ਇਹਦੇ ਨਾਲ ਐਂ ਲੱਗਦਾ ਵੀ ਤੁਸੀਂ ਹੁਣ ਨਵੇਂ ਯੂਥ ਦੇ ਵਿੱਚ ਕਲਰ ਨੂੰ ਵੀ ਫੜ ਰਹੇ ਹੋ ਤੁਸੀਂ। ਇਹ ਨਹੀਂ ਹੈਗਾ ਕਿ ਉਹ ਦੇਸੀਪਣ ਜਾਈ ਵੀ ਜਿਹਦੇ ਨਾਲ ਮਰਜ਼ੀ ਜਿਹੜੀ ਚੀਜ਼ ਮਰਜ਼ੀ ਪਾ ਲਈ, ਇਹਦੇ ਨਾਲ ਥੋੜਾ ਜਿਹਾ ਜਾਇਜ਼ ਦੁਨੀਆ ਉਹਦੀ ਹੋ ਜਾਂਦਾ। ਫਿਲਮ ਵੀ ਐਵੇਂ ਫਿਲਮ ਮੇਰੀਆਂ ਫਿਲਮਾਂ ਦੇ ਵਿੱਚ ਮੈਂ ਬਹੁਤ ਕੰਮ ਕਰਦਾ ਜੀ, 40-45 ਤੋਂ ਕਰੀਬ 'ਚ ਮੇਰੀਆਂ ਪੰਜਾਬੀ ਫਿਲਮਾਂ ਹੋ ਗਈਆਂ, ਕਈ ਫਿਲਮਾਂ ਹਿੰਦੀ ਹੋ ਗਈਆਂ। ਨਹੀਂ ਬੜੀਆਂ ਫੀਚਰ ਫਿਲਮਾਂ। ਹਾਂਜੀ, ਜਿਵੇਂ ਹੁਣ ਮੇਰੀ ਪਿੱਛੇ ਜੇ ਰਿਲੀਜ਼ ਹੋਈਆਂ ਨੇ, ਇਸ ਮਹੀਨੇ ਇੱਕ ਫਿਲਮ 26 ਅਗਸਤ ਨੂੰ ਰਿਲੀਜ਼ ਹੋ ਰਹੀ ਹੈ, ਰੌੜੀ ਸਿੰਘ, ਤੇ 9 ਸਤੰਬਰ ਨੂੰ ਮੇਰੀ ਹਰਦੀਪ ਗਰੇਵਾਲ ਨਾਲ ਬੈਚ ਨੰਬਰ 13 ਜਿਹੜੀ ਆ ਉਹ ਵੀ ਰਿਲੀਜ਼ ਹੋ ਰਹੀ ਆ। ਐਕਟਰ ਹੈ ਮੈਂ? ਹਾਂ, ਮੈਂ ਪੂਰਾ ਪ੍ਰੋਪਰ ਐਕਟਰ ਹਾਂ ਜੀ, 1995 ਤੋਂ। ਨਹੀਂ, ਮੈਂ ਤਾਂ ਕਹਿੰਦਾ ਵੀ ਤੂੰ ਚਾਦਰ ਵਾਲੀ ਫਿਰ। ਨਹੀਂ ਵੈਸੇ ਐਕਟਰ ਹਾਂ ਜੀ, ਆਪਣੇ ਨਿੱਜੀ ਤੌਰ ਤੇ ਵੀ, ਜਿਵੇਂ ਕਹਿੰਦਾ ਫਿਲਮਾਂ 'ਚ ਤਾਂ ਐਕਟਿੰਗ ਕਰ ਨਹੀਂ ਨਾ ਸਕਦੇ, ਰੀਅਲ ਜ਼ਿੰਦਗੀ 'ਚ ਕਰਨੀ ਪੈਂਦੀ ਹੈ। ਮੈਂ ਨਾ ਆਪ ਬਹੁਤ ਬੜਾ ਐਕਟਰ ਹੈ, ਪਰ ਮੈਨੂੰ ਮੌਕਾ ਹੀ ਨਹੀਂ ਮਿਲਿਆ। ਕੋਈ ਗੱਲ ਨਹੀਂ। ਸੋ ਇਹ ਮੌਕੇ ਸਤਿਗੁਰ ਮਿਹਰ ਕਰੂਗਾ, ਕਿਉਂਕਿ ਤੂੰ ਵਧੀਆ ਬੋਲਦਾ, ਤੇ ਜਦੋਂ ਵੀ ਮੌਕਾ ਮਿਲਿਆ ਤੈਨੂੰ ਤੂੰ ਧੂੜ ਕੱਢ ਦੇਂਗਾ, ਇਹ ਤਾਂ ਮੈਨੂੰ ਤੇਰੇ ਤੇ ਯਕੀਨ ਆ, ਕਿਉਂਕਿ ਐਕਟਰ ਵਰਗੀ ਕਮਾਲ ਦਾ। ਬਹੁਤ ਨਜ਼ਾਰਾ ਆਇਆ ਬਾਈ ਦੱਸਣਾ ਦਾ ਵੀ ਆਪਣੀ ਬੋਲੀ ਯਾਰ, ਆਪਣੀ ਘਰ ਕੀ ਦਾਲ ਔਰ ਆਪਣਾ ਪਹਿਰਾਵਾ, ਇਹਦੇ ਕੋਈ ਮੁਕਾਬਲਾ ਨਹੀਂ। ਤਾਂ ਮੈਂ ਜਦ ਗਏ ਤੇ ਹਿੰਦੁਸਤਾਨ ਮਾ ਪਹਿਲਾਂ ਹੀ ਪਛਾਣੇ ਜਾਂਦੇ ਹੋਣੇ ਵੀ ਇਹ ਸਰਦਾਰ, ਪਤਾ ਹੀ ਹੈ, ਦੂਰੋਂ ਪਿਆਰ ਮਿਲ ਜਾਂਦੀ। ਇੱਕ ਤਾਂ ਇਹ ਆ ਵੀ ਜਦੋਂ ਮੈਂ 2-4 ਸਟੇਟਾਂ ਦੇ ਵਿੱਚ ਗਿਆ ਸੀਗਾ, ਉਹਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ, ਉਹਦੇ ਨਾਲ ਹੋਰ ਜ਼ਿਆਦਾ ਉੱਧਰ ਜਾ ਕੇ ਪ੍ਰਭਾਵ ਪਿਆ। ਜਿਵੇਂ ਕਲਕੱਤੇ ਵਰਗੇ ਸ਼ਹਿਰ 'ਚ ਉਹਨਾਂ ਦਾ 3-3 ਹਜ਼ਾਰ ਬੰਦਾ ਪੰਜਾਬੀ ਖੜਾ ਹੋ ਜਾਂਦਾ ਵੀ ਬਾਈ ਕੁਲਵੀਰ ਸਿੰਘ ਇੱਥੇ ਪਹੁੰਚ ਗਿਆ। ਜੇ ਮੈਂ ਮਦਰਾਸ ਜਾਂਦਾ ਤਾਂ 50-100 ਬੰਦਾ ਮੇਰੇ ਪਿੱਛੇ ਤੁਰਨ ਵਾਲਾ ਹੋ ਗਿਆ, ਕਿਤੇ ਇੱਕ ਬੰਦਾ ਨਹੀਂ ਸੀ ਤੁਰਦਾ ਉੱਥੇ ਹੋਆ। ਜੇ ਮੈਂ ਤਾਮਿਲਨਾਡੂ ਦੇ ਵਿੱਚ ਜਾਂ ਕੇਰਲਾ ਦੇ ਵਿੱਚ ਜਾਂ ਮੈਂ ਕੰਨਿਆ ਕੁਮਾਰੀ ਜਾ ਕੇ ਬੋਲਦਾ, ਤਾਂ ਉੱਥੇ ਦੇ ਜਿੰਨੇ ਹੋਰ ਲੋਕ ਵੀ ਸੀਗੇ ਉਹ ਵੀ ਮੇਰੇ ਹੱਕ 'ਚ ਬੋਲਣ ਲੱਗ ਜਾਂਦੇ ਸੀ। ਜੇ ਮੈਂ ਜਹਾਜ਼ 'ਚ ਗੱਲ ਕਰਦਾ ਤੇ ਜਹਾਜ਼ ਦੀ ਪੂਰਾ ਜਹਾਜ਼ ਭਰਿਆ ਹੋਇਆ ਮੇਰੇ ਹੱਕ 'ਚ ਹੁੰਦਾ ਸੀ ਵੀ ਮਤਲਬ ਬਾਈ ਜੀ ਇੱਕ ਬਹੁਤ ਵਧੀਆ ਗੱਲ ਕਰ ਰਿਹਾ, ਤੂੰ ਕਰਨ ਦੇ ਉਹਨੂੰ। ਕਿਆ ਬਾਤ। ਸੋ ਬੜੇ ਨਜ਼ਾਰਾ ਆਇਆ, ਬਹੁਤ ਚੰਗਿਆੜੇ। ਨਹੀਂ ਤੁਹਾਡੇ ਚੰਗਿਆੜੇ ਚੰਗੇ ਲੱਗਦੇ ਨੇ। ਬੋਲੀ ਨੂੰ ਜੇ ਕੋਈ ਪਿਆਰ ਕਰਦਾ, ਆਪਣੇ ਲੋਕਾਂ ਨੂੰ ਪਿਆਰ ਕਰਦਾ, ਆਪਣੇ ਖੇਤਰ ਨੂੰ ਪਿਆਰ ਕਰਦਾ, ਤਾਂ ਉਹ ਸਿਰਫ ਬਾਈ ਮਨਜੀਤ ਸਿੰਘ ਆ, ਫੈਨ ਆ, ਕੱਟੜ। ਨਹੀਂ ਦੇਖੋ, ਅਸੀਂ ਲੋਕ ਆ, ਜਿੱਥੇ ਜਹਾਜ਼ੇ ਜਾਂਦੇ ਆ ਅਸੀਂ ਉਦੋਂ ਜਦੀ ਮਿੰਟ 'ਚ ਕਨਵਰਟ ਹੋ ਜਾਂਦੇ ਆ, ਹਨਾ। ਭਈਏ ਨਾਲ ਗੱਲ ਕਰਨੀ, ਉਹਨਾਂ ਨਾਲ ਅਸੀਂ ਪੰਜਾਬੀ 'ਚ ਨਹੀਂ ਗੱਲ ਕਰਨੀ, ਉਹ ਹਿੰਦੀ ਮੈਂ ਬੋਲਾਂਗੇ ਬਾਅਦ ਜਦੀ ਔਰ ਨਾ ਸਾਤੋਂ ਬੋਲ ਹੁੰਦੀ ਆ, ਤੇ ਨਾ ਅਸੀਂ ਆਪਣੇ ਰਹਿੰਦੇ ਆ ਨਾ ਉਹਨਾਂ ਦੇ ਰਹਿੰਦੇ ਆ। ਸੋ ਅਸੀਂ ਬੜੇ ਮਿਕਸ ਹੋ ਜਾਂਦੇ ਆ। ਪਰ ਤੁਹਾਡਾ ਚੈਨਲ ਔਰ ਤੁਸੀਂ ਜੋ ਆਪਣੇ ਭਾਸ਼ਾ ਦੀ, ਆਪਣੇ ਲੋਕਾਂ ਨੂੰ, ਆਪਣੇ, ਕਿਉਂਕਿ ਵਾਕਈ ਜਿਹੜਾ ਚੰਡੀਗੜ੍ਹ ਜਾਂ ਤੁਹਾਡੀ ਬਾਤ ਬੋਲੀ ਆ, ਇਹ ਸਾਰੀ ਇਹ ਆ, ਇਹ ਖਤਮ ਹੋ ਰਹੀ ਆ, ਪਰ ਤੁਸੀਂ ਸੁਰਜੀਤ ਕਰ ਲਈ ਦੁਬਾਰਾ। ਚਲੋ ਬਹੁਤ ਬੰਦੇ ਆ, ਡਾਕਟਰ ਵੈਦਮਾਨ ਹੈ, ਬੀਬੀ ਮੋਣੀ ਤੂਰ ਹੈ, ਬਹੁਤ ਮੇਰਾ ਕਹਿਣ ਦਾ ਤੁਸੀਂ ਉਹਨੂੰ ਸਪੋਰਟ ਕਰਦੇ ਹੋ, ਤੁਸੀਂ ਉਹਨਾਂ ਦੇ ਜਿਵੇਂ ਉਹ ਭਗਤ ਆਸਾਰਾਮ ਉਹਨਾਂ ਕੇ ਇੱਥੇ ਦੁਬਈ ਹੈ, ਸਾਰੇ ਲਗੇ ਹੋਏ ਆ, ਬਹੁਤ ਵਧੀਆ ਲੱਗਿਆ। ਵਰਗਾ ਮਾੜਾ ਮੋਟਾ
ਕਣਕਾਂ ਨਹੀਂ ਨਹੀਂ ਚਲੋ ਤੁਸੀਂ ਵੀ ਹੈ ਨਾ ਉਹਨਾਂ ਦੇ ਵਿੱਚੋਂ ਆਉਂਦੇ ਹੋ ਮੋਣੀ ਤੂਰ ਜੀ ਨੇ, ਵੈਦਮਾਨ ਸਾਹਿਬ ਹੋਣੀ ਹੋਗੇ, ਆਸਾ ਰਾਮ ਜੀ ਦੇ, ਮੈਂ ਸਾਰੀਆਂ ਤੁਹਾਡੀਆਂ ਉਹ ਪੜ੍ਹਦਾ ਰਹਿਣਾ। ਉਹ ਕੁੜੀ ਆਪਣੀ ਧਾਂਦਲੀ ਆ, ਉਹਨੇ ਵੀ ਬਹੁਤ ਵਧੀਆ ਗਾਇਆ, ਉਹਨੇ ਗੀਤ ਜਿੰਨੇ ਵੀ ਗਾਏ ਨੇ, ਮਤਲਬ ਤੁਹਾਡਾ ਇਹ ਇਲਾਕੇ 'ਚ ਚੰਨੀ ਤੁਰ ਪਿਆ, ਨਹੀਂ ਤਾਂ ਪਹਿਲਾਂ ਜਮਾਂ ਹੀ ਦਬ ਗਿਆ ਸੀਗਾ। ਤੇ ਹੁਣ ਲੋਕ ਆਪਣੇ ਬੋਲੀ ਆ, ਮੇਰੇ ਬਹੁਤ ਸਾਰੇ ਮਿੱਤਰ ਨੇ ਉਹ ਵੀ ਹੁਣ ਬੋਲਣ ਲੱਗ ਗਏ, ਸਿਰਫ ਤੁਹਾਨੂੰ ਦੇਖ ਕੇ। ਗੱਡਾ ਕੱਢ ਲਿਆ ਗਾਰੇ ਮਤੇ ਨਹੀਂ ਕਰ ਲਿਆ ਹੁਣ ਤਾਂ ਭਜਾਉਣ ਦੀ ਲੋੜ ਆ, ਹੁਣ ਤਾਂ ਪਾ ਲਓ ਕਿਤੇ 2-3 ਇਕੱਠੇ ਹੀ, ਅੱਗੇ ਜਿਵੇਂ ਉਹ ਕ੍ਰਿਸ਼ਨ ਨੂੰ ਨਹੀਂ ਦੀ ਪਾਈ ਫਿਰਦੇ 6-7 ਹੈ ਕੋਣਾ ਪਾ ਲਓ, ਹੁਣ ਦੇਖੋ ਭਜੂ। ਚਲੋ ਠੀਕ ਹੈ, ਬਹੁਤ ਧੰਨਵਾਦ। ਓਕੇ ਸ਼ੁਕਰੀਆ ਜੀ, ਧੰਨਵਾਦ ਬਹੁਤ ਬਹੁਤ, ਸਤਿ ਸ਼੍ਰੀ ਅਕਾਲ। ਲੈ ਵੀ ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੀ ਅਜੂਬਿਆਂ ਨੂੰ ਮਿਲਣੇ ਦਾ ਦਿਨ ਹੈ, ਤੇ ਮੇਰੇ ਕੋਲ ਇੱਕ ਹੋਰ ਅਜੂਬਾ ਜਗਤਾਰ ਸਿੰਘ ਹੈਗੇ ਆ ਬਾਈ, ਮੇਰੀ ਗੈਲ, ਮਾਰੀ ਬੋਲੀ ਸਮਝ ਆਵਾ। ਹਾਂ ਹਾਂਜੀ ਹਾਂਜੀ ਪਛਾਣਪੁਰੇ ਇਹਨਾਂ ਦੀ ਕਹਾਣੀ ਬੜੀ ਕਮਾਲ ਹੈ। ਤੇ ਕਿਹਾ ਜਾਂਦਾ ਵੀ ਸਿੱਖੀ ਜਿਹੜੀ ਹੈਗੀ ਹੈ, ਸਿੱਖਾਂ ਦੇ ਘਰ ਜੰਮਣੇ ਤੇ ਕੋਈ ਸਿੱਖ ਨਹੀਂ ਬਣ ਜਾਂਦਾ, ਸਿੱਖੀ ਕਮਾਉਣੀ ਪੈਂਦੀ ਹੈ। ਤੇ ਜਗਤਾਰ ਸਿੰਘ ਦੀ ਕਹਾਣੀ ਹੈ ਐਡੀ ਕਮਾਲ ਹੈ ਵੀ ਇਹ ਝਾੜਖੰਡ ਕੇ ਰਹਿਣੇ ਵਾਲੇ ਹੈ। ਥਮੇ ਪਹਿਲਾਂ ਆਪਣੀ ਕਹਾਣੀ ਸੁਣਾਵੇ, ਥਮੇ ਕਿੱਥੇ ਕੇ ਰਹਿਣੇ ਵਾਲੇ, ਉੱਥੇ ਕਿਆ ਕਰਦੇ थे ਫਿਰ? ਅੱਜ ਮੈਂ ਕਹਿ ਰਿਹਾ ਵੀ ਕਲਾ ਵਰਤ ਗਈ, ਉਹ ਗੱਲ ਸੁਣਾਓ, ਕਹਾਣੀ ਸੁਣਾਣੀ ਹੈ ਜੀ। ਮੇਰਾ ਹੁਣ ਤਾਂ ਜਗਤਾਰ ਸਿੰਘ ਸਿੰਘ ਦਾ ਪਹਿਲੇ ਦਾ ਨਾਮ ਗੌਤਮ ਸਿੰਘ ਸੀਗਾ। ਰਾਂਚੀ ਝਾਰਖੰਡ ਦੇ ਅਸੀਂ ਰਹਿਣ ਵਾਲੇ ਹੈਗੇ। ਉੱਥੇ ਸਾਡਾ ਇੱਕ ਹਿੰਦੂ ਫੈਮਿਲੀ ਹੈਗਾ, ਹਿੰਦੂ ਰਾਜਪੂਤ। ਹਾਂ ਹਿੰਦੂ ਹੀ ਜਾਂ ਕਾਸਟ ਤੋਂ ਮੰਨਦੇ ਨਹੀਂ ਵੈਸੇ ਮੈਂ ਗੱਲ ਕਰ ਰਿਹਾ। ਹਾਂ ਜੀ ਬਸ ਹਿੰਦੂ ਹੀ ਮੰਨ ਲਓ। ਅਸੀਂ 3 ਭਰਾ, ਮੰਮੀ ਡੈਡੀ। ਉੱਥੇ ਸਾਡਾ ਉੱਥੇ ਟਰੈਵਲਸ ਦਾ ਕੰਮ, ਟੈਕਸੀ ਦਾ ਕੰਮ ਸੀਗਾ, ਕਾਰੋਬਾਰ ਸੀ ਆਪਣਾ, ਉੱਥੇ ਬਸ ਚੱਲਦਾ ਪਿਆ ਸੀਗਾ। ਇੱਥੇ ਇੱਕ ਵੱਡਾ ਭਰਾ ਸੀਗਾ, ਛੋਟਾ ਸੀਗਾ, ਬਾਕੀ ਮੈਂ ਵੀ ਸੀਗਾ। ਬਸ ਜਿਵੇਂ ਆਪਣਾ ਸਿੱਖੀ ਵਿੱਚ ਕਹਿੰਦੇ ਨੇ ਕਿ ਗੁਰੂ ਕਲਾ ਵਰਤਾਉਂਦਾ ਹੈਗਾ। ਬਸ ਅਚਨਚੇਤ 2016 ਦੇ ਅਖੀਰ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਕੀ ਸਾਡੇ ਨਾਲ ਵਰਤਿਆ, ਠੀਕ ਕੀ ਪਾਣਾ ਗੁਰੂ ਦਾ। ਅਚਨਚੇਤ ਮੈਨੂੰ ਇਸ ਪਾਸੇ ਕੇਸ ਰੱਖਣ ਦਾ ਹੋਇਆ, ਪੰਜਾਬ ਵੱਲ ਮੂੰਹ ਹੋਇਆ। ਮੇਰਾ ਪਿਛੋਕੜ ਕੋਈ ਪੰਜਾਬ ਦਾ ਨਹੀਂ ਹੈ, ਕੋਈ ਸਿੱਖੀ ਵਾਲਾ ਕੋਈ ਮੇਰੇ, ਜਦੋਂ ਮੈਂ ਉੱਥੇ ਰਾਂਚੀ ਘੱਟੋ ਘੱਟ 24-25 ਸਾਲ, ਕੋਈ ਮੇਰਾ ਸਿੱਖ ਦੋਸਤ ਨਹੀਂ, ਕੋਈ ਪਿੰਡ ਦੇ ਆਲੇ ਦੁਆਲੇ ਕੋਈ ਸਿੱਖ ਨਹੀਂ। ਇਹ ਸਾਰਾ ਕੁਝ ਅਚਨਚੇਤ ਵਰਤਿਆ ਬਾਬੇ। ਫਿਰ ਉਰੇ ਕਿਸ ਤਰ੍ਹਾਂ ਕਦ ਆਏ, ਉਰੇ ਕਿਸ ਨੂੰ ਮਿਲੇ? ਉਰੇ ਸਾਡਾ ਇੱਕ, ਮੈਂ ਜਿਵੇਂ ਤੁਹਾਨੂੰ ਦੱਸਿਆ ਗੱਡੀਆਂ ਦਾ ਕੰਮ ਸੀ, ਇੱਕ ਡਰਾਈਵਰ ਸੀ ਸਾਡਾ ਸੁੱਖਾ ਸਿੰਘ। ਉਹ ਵੀ ਜ਼ਿਆਦਾ ਪੁਰਾਣਾ ਨਹੀਂ ਸੀ, ਉਹ ਸਾਲ 6 ਮੇਰੀ ਗੱਡੀ ਤੋਂ ਹੋਇਆ ਸੀ, ਆਇਆ ਸੀ। ਉਹਦੇ ਨਾਲ ਆਪਾਂ ਗੱਲਬਾਤ ਕਰਦੇ ਅਚਨਚੇਤ ਇੱਕ ਕਹਿੰਦੇ ਨੇ ਕਿ ਜਦੋਂ ਕੁਝ ਪਾਣਾ ਹੋ ਤਾਂ ਗੁਰੂ ਉਹ ਸਬਬ ਬਣਾ ਦਿੰਦਾ, ਉਸ ਬੰਦੇ ਦੇ ਕੋਲ ਆਲੇ ਦੁਆਲੇ ਹੋ ਜਾ ਬਣ ਜਾਂਦਾ। ਸਾਡੇ ਕੁਝ ਪਰਿਵਾਰ ਵਿੱਚ ਇਹੋ ਜਿਹਾ ਕੁਝ ਪਰੇਸ਼ਾਨੀਆਂ ਹੋ ਗਈਆਂ ਜਾਂ ਫਿਰ ਕੁਝ ਇਹੋ ਜਿਹਾ ਕੰਮ ਹੋਣ ਲੱਗੇ, ਜਦੋਂ ਮੈਂ ਇਸ ਪਾਸੇ ਆਉਣਾ ਪੜਿਆ। तो ਜਿਹੜਾ ਸੁੱਖਾ ਸਿੰਘ था, ਮੈਨੂੰ ਇੱਥੇ ਪੰਜਾਬ ਆਉਣ ਦਾ ਬੜਾ ਸ਼ੌਕ ਸੀਗਾ ਕਿ ਸਿੱਖੀ ਦੇ। ਤੋ ਉਹਨੇ ਦੱਸਿਆ ਕਿ ਸਾਡਾ ਉੱਥੇ ਕਿ ਹੈਗਾ ਸੰਸਥਾ ਸਿੰਘ ਸਭਾ 28 ਸੈਕਟਰ ਹੈਗਾ, ਇਹਦਾ ਬਾਰੇ ਦੱਸਿਆ ਕੋਈ ਸਾਡੇ ਕੁਝ ਜਾਣਕਾਰੀ, ਤੁਸੀਂ ਉੱਥੇ ਜਾ ਕੇ ਸਿੱਖੀ ਦੇ ਬਾਰੇ ਤੁਸੀਂ ਜਾਣ ਸਕਦੇ ਹੋ। ਤੋ ਫਿਰ ਮੈਂ ਉਹਨਾਂ ਦਾ ਜਰੀਏ ਇੱਥੇ 28 ਸੈਕਟਰ ਆ ਗਿਆ 2017 ਦੇ ਵਿੱਚ। ਫਿਰ ਜਦੋਂ ਮੈਂ ਆਇਆ ਤਾਂ ਮੈਂ ਉਸ ਵੇਲੇ ਪੂਰਾ ਕਟੀਮੋਨਾ ਸੀਗਾ। ਇੱਥੇ ਆ ਕੇ ਜਿਹੜੇ ਸਿੰਘਾਂ ਦੇ ਵਿੱਚ ਰਹਿਣ ਲੱਗਾ ਉਹਨਾਂ ਦੇ ਰਹਿਣ ਸਹਿਣ ਦੇਖ ਕੇ ਅਸੀਂ ਵੀ ਕੇਸ ਰੱਖਿਆ, ਸਾਨੂੰ ਵੀ ਅੰਮ੍ਰਿਤ ਛਕਣ ਦਾ ਜੀ ਕੀਤਾ। ਫਿਰ ਅਸੀਂ 2018 ਵਿੱਚ ਅੰਬਾਲੇ ਪੰਜੋਖੜਾ ਸਾਹਿਬ ਜਾ ਕੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਫਿਰ ਅਸੀਂ ਇੱਥੇ ਹੀ ਰਹਿ ਗਏ, ਫਿਰ ਮੁੜ ਕੇ ਸਾਨੂੰ ਤਾਂ ਪਿੰਡ ਦਾ ਚੇਤਾ ਹੀ ਨਹੀਂ ਹੋਇਆ। ਅੱਛਾ, ਸਭ ਤੋਂ ਬੜੀ ਜਦ ਕੋਈ ਬਾਹਰ ਦਾ ਬੰਦਾ ਹੈ ਤਾਂ ਮਹਾਰਾਜ ਨੇ ਬਾਣੀ ਜਿਹੜੀ ਹੈ ਗੁਰਮੁਖੀ ਲਿਪੀ ਦਈ ਮੈਨੂੰ, ਦੁਨੀਆ ਕੀ ਮਹਾਨ ਲਿਪੀ ਮਹਾਨ ਬਾਣੀ, ਉਹ ਕਿਸ ਤਰ੍ਹਾਂ ਸਿੱਖੀ ਫਿਰ? ਕਿਉਂਕਿ ਗੁਰਮੁਖੀ ਦੇ ਬਿਨਾਂ ਤਾਂ ਪੰਜਾਬੀ ਹੈ ਨਹੀਂ। ਪੰਜਾਬੀ ਕਿਸ ਤਰ੍ਹਾਂ ਅਸੀਂ ਲੋਕਾਂ ਦੇ ਪਹਿਲਾਂ ਮੈਨੂੰ ਜਦੋਂ ਮੈਂ ਨੌਂ ਮੈਨੂੰ ਬੜਾ ਔਖਾ ਹੁੰਦਾ, ਪੰਜਾਬੀ ਲੋਕ ਜਿਹੜੇ ਮੁੰਡੇ ਕੁੜੀਆਂ ਬੋਲਦੇ ਸੀ ਜਾਂ ਜਿਹੜੇ ਲੋਕ ਬੋਲਦੇ, ਮੈਨੂੰ ਕੋਈ ਸਮਝ ਨਹੀਂ ਆਉਂਦਾ ਸੀਗਾ। ਹੌਲੀ ਫਿਰ ਪੰਜਾਬੀ ਮੈਂ ਕਿਤਾਬ ਲੈ ਕੇ ਆਇਆ ਪੰਜਾਬੀ ਸਿੱਖੋ ਸੀਤਾਰਾਮ ਬਹਿਰੀ ਦੀ। ਅੱਛਾ, ਹਾਂ ਪੁਰਾਣੀ ਹੈ ਤਾਂ ਬਹੁਤ ਮੈਂ ਸੁਣੀ ਹੈ ਸੀਤਾਰਾਮ ਬਹਿਰੀ ਦੀ। ਹਾਂ ਸੀਤਾਰਾਮ ਬਹਿਰੀ, ਉਹ ਕਿਤਾਬ ਮੈਂ ਚੱਕ ਕਿਤੇ ਮੈਨੂੰ ਲੈ ਕੇ ਆਇਆ ਮਾਰਕੀਟ ਤੋਂ। ਉਹਦੇ ਨਾਲ ਫਿਰ ਹੌਲੀ ਹੌਲੀ ਮੈਂ ਨੂੰ ਲਿਖਣਾ ਪੜ੍ਹਨਾ, ਫਿਰ ਜਿਹੜੇ ਨਾਲ ਦੇ ਮੁੰਡੇ ਸੀ ਉਹਨਾਂ ਨੂੰ ਪੁੱਛ ਕੇ ਕਿਵੇਂ ਕੀ ਹੈਗਾ, तो ਉਹਦੇ ਨਾਲ ਫਿਰ ਮੈਂ ਗੁਰਮੁਖੀ ਸਿੱਖੀ। ਅੱਛਾ ਜੀ, ਹੁਣ ਪਾਠ ਵੀ ਕਰ ਲਏ? ਹਾਂ ਜੀ, ਮੈਂ ਪਾਠ ਕਰ ਲੈਂਦਾ ਜੀ। ਅੱਛਾ, ਜਿਹੜਾ ਦਮਾਲਾ ਹੈ, ਹਾਂ ਜੀ, ਮੈਨੂੰ ਤਾਂ ਨਾ ਅਜੇ ਤੱਕ ਪੱਗ ਨਹੀਂ ਬੰਨਣੀ, ਇਸ ਕਰਕੇ ਅੱਜ ਮੇਰੀ ਪੱਗ ਲੜ ਹੈ ਹੀ ਨਹੀਂ। ਮੈਂ ਹੁਣ ਛੱਡ ਤੇ ਸੋਚਣਾ ਵੀ ਲੜ ਲੱਗਿਆ ਕਿ ਨਹੀਂ। ਪਹਿਲਾਂ ਕਿਹੜਾ ਇਹੋ ਜਿਹੀ ਪੱਗਾਂ ਦੀ ਗੋਲੇ ਤੀਆਂ। ਦਮਾਲਾ ਕਿਸ ਤਰ੍ਹਾਂ ਸਿੱਖਿਆ ਸਜਾਣਾ? ਬਹੁਤ ਸੋਹਣਾ ਲੱਗ ਰਿਹਾ ਦੁਮਾਲਾ। ਮੈਨੂੰ ਬੜਾ ਜਿਵੇਂ ਜਦੋਂ ਮੈਂ ਇੱਥੇ ਆਇਆ ਲੋਕਾਂ ਨੂੰ ਮੁੰਡੇ ਕੁੜੀਆਂ ਦੇ ਦੁਮਾਲਾ ਸਜਾਉਂਦੇ ਸੀ। ਮੈਨੂੰ ਇਹ ਦੁਮਾਲਾ ਬੜਾ, ਇੱਕ ਤੋਂ ਗੋਲ ਦਸਤਾ। ਪਹਿਲੇ ਮੈਂ ਜਦੋਂ ਮੈਂ ਇੱਥੇ ਆਇਆ ਸੀਗਾ ਉਸ ਤੋਂ ਬਾਅਦ ਮੈਂ 2.5 ਮੀਟਰ ਦਾ ਪੰਨਾ ਬਣਦਾ ਸੀਗਾ, ਤਾਂ ਸਾਲ ਮੈਂ 2.5 ਮੀਟਰ ਦਾ ਪੰਨਾ ਬਣਿਆ। उसके बाद हौली हौली लोगों को देख के कि मैं गोल दस्तार जिमें संत जरनैल सिंह बंदे सीगे, वो मैं फिर 6 मीटर पहले 5 मीटर की, फिर 6 मीटर 8 मीटर गोल दस्तार बनी। फिर एक ये दुमाला मैंने बड़ा चंगा लगता सीगा। फिर मैं एक मुंडा सी उन्होंने पूछा भाई दुमाला किवें मैंने सिखा। वो कहता भाई दुमाला इवें नहीं सीखना, तुसीं गुरु कोल अरदास करो कि सानू जिहड़े तुसीं पढ़ोगे सानू वो बख्शो बनन दी। असीं गुरु कोल अरदास की कि सानू किरपा करो महाराज, तुसीं सारिआं करे। बस हौली हौली मैं फिर कुछ दिन यूट्यूब पे देख के फिर कोशिश करते बस किरपा होने की। इन्हें एक गल दसो, लोग कहते कि कुछ लोग कहते कि
ਗੁਰੂ ਤਾਂ ਬਸ ਇਹਦਾ ਕੋਲ ਨੇ ਇਹਨੂੰ ਕਹਿੰਦੇ ਕਿ ਗੱਲਾਂ ਦਿਨਾਂ ਵੀ ਗੱਲਾਂ, ਲੇਕਿਨ ਮੈਂ ਕਹਾਂ ਦੇਖੋ ਮੈਂ ਆਪਣੇ ਨਾਲ ਕਹਿੰਦਾ, ਮੈਂ ਗੁਰੂ ਮੈਂ ਜਿੱਥੇ ਅਰਦਾਸ ਕਰਦਾ ਉੱਥੇ ਮੈਂ ਨਾਲ ਖੜ ਜਾਂਦਾ ਗੁਰੂ, ਜਿਹੜੀ ਚੀਜ਼ ਤੇ ਮੰਗੇ ਕੋਈ ਚੀਜ਼ ਨੇ ਗੁਰੂ ਮੁਨਕਰ ਨਹੀਂ ਸਾਡੇ ਤੋਂ। ਅੱਛਾ ਤਾਂ ਮੈਂ ਜਦੋਂ ਉੱਤੇ ਸਿੰਘ ਬਣ ਕੇ ਹੁਣ ਪਿੱਛੇ ਆਪਣੇ ਘਰਾਂ ਗਏ ਹੁਣੇ ਵਿਆਹਾਂ ਗਏ, ਇੱਕ ਮੈਨੂੰ ਫੋਟੋ ਦਿਖਾ ਰਹੇ हाँ हाँ जी हाँ जी। ਉਹ ਕਿਸ ਤਰ੍ਹਾਂ ਕਰਕੇ ਨੇ ਮਾਂ ਬਾਪ ਨੇ ਮਨਜ਼ੂਰ ਕਰ ਲਿਆ देखो जो को पहले तो माँ बाप ने मैं दसिया नहीं कि इतने चंडीगढ़ आए, ठीक है, मैं घरों भज के आ गया सीगा, ਆਪੇ हाँ आपे भज के आ गया सीगा। फिर जो मापिया ਨੂੰ पता चला कि ਸਾਡਾ ਮੁੰਡਾ ਕੀ ਹੋ ਜਾ ਕੇ ਪੰਜਾਬ ਦਾ ਸਰਦਾਰ ਬਣ ਗਿਆ ਸੀ, ਗਿਆ तो उन्होंने बड़ा गुस्सा किया भरा हुनी डैडी ने ਫੋਨ मैंने ਕਰਿਆ ਹੁਣ हाँ फोन तो गल मैं फेसबुक तो उन्होंने देखा सीगा, ठीक, मैं फेसबुक फोटो पाई सी एक बारी, तो फिर उन्होंने जैसे मुंडा फिर उन्होंने फोन जानकारी करके गल की थी डैडी बड़े औखे हो नानू मेरा बड़ा गुस्सा करेगा लुल कट के इन्ना तक होया से उन्होंने पूरे तरह कागजी तौर पर मैंने कटता सी अपने सारे ਬੇਦਖਲ हाँ बेदखल कि ये साडा मुंडा है नहीं, ये साडे किसी भी चीज़ का हकदार नहीं है, ਇਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ, ਉਹ ਸਾਰੇ ਕਰਦੇ। ਫਿਰ ਬਾਅਦ 'ਚ ਫਿਰ ਮਾਪਿਆਂ ਦਾ ਪਿਆਰ ਹੁੰਦਾ ਹੌਲੀ ਹੌਲੀ, ਜਦੋਂ ਸਾਲ 2 साल कुछ लंघ गए तो भी ਗੱਲਬਾਤ ਹੋਣ ਲੱਗੀ शुरू हो गई। लेकिन कुछ लोग है जो फैमिली ਵਿੱਚ ਜਾਂ ਫਿਰ ਜਿਵੇਂ ਸਾਡੇ ਗਵਾਂਢੀ ਹੋ ਗਏ ਕੁਛ ਇਹੋ ਜਿਹਾ ਕਾਸ਼ਿਜ਼ਮ ਕਰਕੇ ਹਿੰਦੂ ਅੱਤ ਤੱਕ ਜਿਵੇਂ ਕਰਕੇ ਉਹਨਾਂ ਕੋਲ ਕੋਈ ਹੈਗਾ ਕੁਛ ਲੋਕਾਂ ਕੁਝ ਉਹਨੂੰ ਲੱਗਦਾ ਹੈ ਕਿ ਸਾਡਾ ਬੱਚਾ ਸੀ ਉਹ ਕਿਸੇ ਦੂਜੇ ਪਾਸੇ ਭਟਕ ਗਿਆ ਹੈ। ਅੱਛਾ ਕਮਾਲ ਇਹ ਵੀ ਥਾਰੀ ਜਿਹੜੀ ਦਿੱਖ ਹੈ ਹਾਂਜੀ ਉਹ ਲੱਗਦੀ ਨਹੀਂ ਵੀ ਯਾਰ ਵੀ ਝਾੜਖੰਡ ਕੇ ਲੱਗਦਾ ਪੰਜਾਬ ਕੇ ਹੀ ਹੈ ਕਾਸ ਜਿਹੜਾ ਕੁੜਤਾ ਪਜਾਮਾ ਦੇਖੋ ਵੀਰੇ ਗੱਲ ਇਹ ਨਾ ਜੋ ਦਿਖੇ ਤਾਂ ਇਹ ਪੰਜਾਬ ਦੀ ਦਿਖ ਨਹੀਂ ਹੈਗਾ, ਅੱਛਾ ਇਹ ਜਿਹੜਾ ਦਿਖ ਨਾ ਪੰਜਾਬ ਨਹੀਂ ਕੋਈ ਇਹ ਕੋਈ ਕਹਦੇ ਕਿ ਜੇ ਹੈਗਾ ਸਰਵੇ ਪੰਜਾਬ ਦਾ ਨਹੀਂ, ਇਹ ਗੁਰੂ ਦਾ ਹੈਗਾ, ਕੀ ਬਾਤ ਹੈ, ਇਹ ਗੁਰੂ ਨੇ ਸਾਨੂੰ ਬਖਸ਼ਿਆ ਹੈ। ਔਰ ਜਿਹੜਾ ਸਿੱਖ ਹੈ ਉਹ ਕੱਲਾ ਪੰਜਾਬ ਦਾ ਨਹੀਂ ਹੋ ਸਕਦਾ ਸਿੱਖ, ਗੁਰੂ ਦੇ ਸਮੇਂ ਕਾਬਲ ਤੱਕ ਸਿੱਖ ਬਸਦਾ ਸੀਗਾ, ਬੰਗਲਾਦੇਸ਼ ਅਸਮ ਕਿੱਥੇ ਕਿਤੇ ਗੁਰੂ ਪਿੰਡ ਹਾਂ ਠੀਕ ਹੈ। ਮੰਨ ਲਓ ਜਿਹੜੇ ਮੰਨ ਲਓ ਤੁਸੀਂ ਇਹ ਦੱਸੋ ਜਿਹੜੇ ਕਹਿੰਦੇ ਜਿਹੜਾ ਸਿੱਖ ਪੰਜਾਬ ਵਾਲੇ ਸਿੱਖ, ਫਿਰ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਕਾਬੁਲ ਰਹਿੰਦੇ ਜਿਹੜੇ ਹੁਣ ਤੋਂ ਵਰਲਡ ਘੱਟੋ ਘੱਟ 45 ਛਾਇਦੇ ਸਿੱਖਾਂ ਰਹਿੰਦੇ ਤਾਂ ਉਹ ਸਿੱਖ ਨਹੀਂ ਹੈ। ਫਿਰ ਸਿੱਖੀ ਨੂੰ ਤੁਸੀਂ ਪੰਜਾਬ ਨਾਲ ਨਾ ਜੋੜੋ, ਪੰਥ ਦਾ ਦਾਇਰਾ ਬਹੁਤ ਬੜਾ ਹੈ, ਬ੍ਰਹਮੰਡ ਪੂਰਾ ਖੰਡ ਮੇਰੇ ਪੰਥ ਦਾ ਦਾਇਰਾ ਬਹੁਤ ਵੱਡਾ ਹੈ, ਉਹ ਜਿੱਥੇ ਹੀ ਕਿਤੇ ਰੱਖ ਸਕਦਾ ਆਪਾਂ। ਅੱਛਾ ਆਪਾਂ ਪਹਿਲਾਂ ਬੈਠੇ ਬਾਤ ਕਰ ਰਹੇ थे भी बहुत बाबे दीवान ला रहे हैं प्रचार कर रहे हैं, सिक्खी 17वीं सदी में कोई दीवान नहीं था, कोई मैं कमेंट पूरा कर लिया, कोई प्रचार नहीं होती, कोई प्रचार नहीं था, कोई सेमिनार नहीं था जिस तरह अज सेमिनार हो रहा था, पर सिक्खी खुशबू थी भी सिख जिथे खड़े था हज़ारों को पता लगता भी सिख रहा हो रहा है। थानू किस तरह लगा भी ढोल के छेड़े कुट रहे हैं तो असलमा को पुट्ठी चल रही है? देखो बाबे गल सीधी साफ है, सिक्खी प्रचार की गल है नहीं, सिक्खी अमल की गल है। ਜਿਹੜਾ ਬੰਦਾ ਕਿਰਦਾਰ ਸਿੱਖ ਦਾ ਕਿਰਦਾਰ ਦੇਖੋ ਜਿਹੜਾ ਕੇਸ ਹੈ ਇਹ ਕੁਦਰਤ ਵੱਲੋਂ ਹਰ ਇੱਕ ਪ੍ਰਾਣੀ ਨੂੰ ਮਿਲਿਆ ਹੈਗਾ, ਭਾਵੇਂ ਹਿੰਦੂ ਕੋਈ ਆਪਣੇ ਕੋਈ ਹਿੰਦੂ ਅਖਵਾਲੇ ਮੁਸਲਮਾਨ ਅਖਵਾਲੇ ਕੇਸ ਤੋਂ ਹਰ ਬੰਦੇ ਮਿਲਿਆ। ਪੱਗ ਪਹਿਲੇ ਜ਼ਮਾਨੇ ਹਰ ਕੋਈ ਜਿਵੇਂ ਚੰਗੇ ਬੰਦੇ ਉਹ ਬੰਦੇ ਸੀਗੇ ਪੱਗ ਕੋਈ, ਲੇਕਿਨ ਜਿਹੜਾ ਕਿਰਦਾਰ ਉਹ ਕਿਰਦਾਰ ਹਰ ਕਿਸੇ ਕੋਲ ਨਹੀਂ ਆ ਸਕਦਾ ਹੈਗਾ, ਗਲਤ ਕਿਰਦਾਰ ਦੀ ਹੋਣੀ ਬਾਬੇ। ਕੀ ਬਾਤ ਹੈ। ਸਿੱਖ ਤਾਂ ਸਾਡੇ ਵੀ ਦੇਖੋ ਤੁਸੀਂ ਜਦੋਂ 18ਵੀਂ सदी सिख सीखे या फिर 84 बाद सिख दो लड़े तो सिख ही थे 84 वाले भी, एक पासे गुरु था एक पासे दूजे सीखे दिल्ली तक सीखे लड़े ਜਿਹੜੇ ਪੰਜਾਬ ਵਿੱਚ ਸਿੱਖਾਂ ਨੇ ਸਿੱਖਣ ਮਾਰੇ ਉਹ ਵੀ ਤਾਂ ਸਿੱਖ ਸੀਗੇ, ਲੇਕਿਨ ਕਿਰਦਾਰ ਦੀ ਗੱਲ ਹੋਣੀ ਚਾਹੀਦੀ ਨਾ। ਕਮਾਲ ਕੀਆਂ ਬਾਤਾਂ ਕਿਰਦਾਰ ਤੇ ਬਹੁਤ ਦੂਰ ਹੈ, ਬਿਨਾਂ ਕਿਰਦਾਰ ਦੇ ਕੋਈ ਸਿੱਖ ਨਹੀਂ ਹੋ, ਕੋਈ ਭਾਵੇਂ ਕੋਈ ਕਿੰਨਾ ਵੱਡਾ ਦੁਮਾਲਾ ਬਣ ਲੈ ਕਿੰਨੇ ਵੱਡੇ ਸ੍ਰੀ ਸਾਹਿਬ ਤੁਸੀਂ ਰੱਖ ਲਓ ਦਾੜਾ बढ़ा लो ਨਾ, ਜਦੋਂ ਕੱਲ ਤੁਹਾਡੇ ਕੋਲ ਕਿਰਦਾਰ ਨਹੀਂ ਹੈ ਤਾਂ ਸਿੱਖ ਨਹੀਂ ਅਖਵਾ ਸਕਦੇ। ਕੀ ਬਾਤ ਹੈ। ਉਰੇ ਤਾਂ ਜਿਹੜੇ ਬੰਦੇ ਮੈਂ ਬਹੁਤ ਸਾਰੇ ਨਿੱਜੀ ਤੌਰ ਤੇ ਜਾਣਾ ਉਹਨਾਂ ਦਾ 1 ਮਿੰਟ ਪੂਰੀ ਕਰ ਲਿਆ ਮੈਂ, ਕਿਰਦਾਰ ਤਾਂ ਉਹਨਾਂ ਦਾ ਰੱਬ ਜਾਣਾ ਕਹੇ ਜਾ ਹੋਣਾ। ਸਵੇਰੇ ਉੱਠ ਕੇ ਦੁੱਕੀ ਤਿੱਕੀ ਮੇਰੇ ਵਰਗਾ ਫੇਸਬੁੱਕ ਸਭ ਤੋਂ ਪਹਿਲਾਂ ਲਿਖਾ ਵੀ ਹਮੇ ਬਾਬਾ ਬੰਦਾ ਸਿੰਘ ਬਹਾਦਰ ਕੇ ਵਾਰਸ ਹੈ। ਮੈਂ ਕਿਹਾ ਬਾਬਾ ਬੰਦਾ ਸਿੰਘ ਉਹਨਾਂ ਗੱਲ ਕਿਆ ਉਹਨਾਂ ਨੇ ਕੀਤਾ ਤਾਂ ਕਿਆ ਉਹਨਾਂ ਗੱਲ ਹੋਇਆ ਉਹੋ ਜੀ ਤਾਂ ਮੈਂ ਕਿਹਾ ਹੋਣੀ ਮਾਰੇ ਨੇੜੇ ਨੂੰ ਮਿਲਣਗੀ। मैं क्या हमारे ड्रामे हैं सारे ये, असल में तो गा कहानी हमें दूजे पासे खड़े हैं चीज़ों के यार, हमें कारां कोठियाँ सारा दिन चीज़ों के बीच भटक रहे हैं। वो कहें तो उन्होंने चीज़ों की गल हुई तख्त दे ताज दे ठोकर मार गए नीहा के बीच खड़ गए थे बाबा जी। देखो बाबे तुझे क्या ठीक है सिख हैगा बाबे नाना क्या किरत करो वंड छको नाम जपो। मान लो कोई बंदा तुसी ਅੰਮ੍ਰਿਤਸਰ ਚੱਲ ਜਾਓ ਕਿਸੇ ਦੇਖੋ ਜਿਹੜਾ ਬੰਦਾ ਮੰਨ ਲਓ ਕੋਈ ਆਮ ਸਿੱਖ ਰਿਕਸ਼ਾ ਚਲਾਉਂਦਾ ਹੈ ਆਟੋ ਚਲਾਉਂਦਾ ਉਹ ਆਪਣੇ ਕਮਾਈ ਦਾ 10% ਕੱਢ ਸਕਦਾ ਹੈ ਠੀਕ ਹੈ, ਲੇਕਿਨ ਕੋਈ ਜਿਹੜਾ ਬੰਦਾ ਲੱਖਾਂ ਕਰੋੜਾਂ ਕਮਾਉਂਦਾ ਉਹ ਆਪਣੇ 10% ਕੱਢ ਸਕਦਾ ਹੈਗਾ ਨਹੀਂ ਕਰ ਸਕਦਾ ਹੈ। ਮੈਂ ਕਈ ਵਾਰ ਅੰਮ੍ਰਿਤਸਰ ਗਿਆ ਹਾਂ तो कदे जो रात ਵੇਲੇ ट्रेन जाता तो था कि कई ऑटो वाले रिक्शा लेकर थोड़े पैसे नहीं लेंगे कि सेवा वाले तो असल गल तो वो किरती हो गए ना सिख बाबे नानक तो सिख हो गए जो किरत करके रोटी खावे। क्या बात है। सो बहुत आनंद मैं आंदा रहांगा, मैनूं अज मेल होया बाबा जी गल जगतार सिंह नाल गल
ਤੇ ਸਭ ਤੋਂ ਬੜਾ ਕਮਾਲ ਵੀ ਸਿੱਖੀ ਅਮਲਾਂ ਕੀ ਹੈ, ਪ੍ਰਚਾਰ ਕੀ ਨਹੀਂ। नहीं बाबा ਨਹੀਂ ਤਾਂ ਬਾਬੇ ਪਤਾ ਨਹੀਂ ਕਿੰਨੇ ਜਿਹੜੇ ਦੀਵਾਨ ਲਾ ਰਹੇ ਹੈ ਤੇ ਪ੍ਰਚਾਰ ਦੀਆਂ ਲਾਈਨਾਂ ਲੱਗ ਰਹੀਆਂ ਤੇ ਆਨਲਾਈਨ ਦੀਵਾਨ ਵੀ ਚੱਲ ਰਹੇ ਹੈ। हाँ ਬਾਬਾ ਕਹਿੰਦਾ ਵੀ ਕਰੋਨਾ ਜਾਂ ਕੋਈ ਗੜਬੜ ਹੈ ਤਾਂ ਆਨਲਾਈਨ ऑनलाइन तो से 10ਵਾਂ ਵੀ ਸਾਨੂੰ ਦੇ ਦੋ ਆਨਲਾਈਨ ਚੱਲ ਰਿਹਾ। ਹਾਂ ਕੋਈ ਗੱਲ ਨਹੀਂ ਬਾਬਾ, ਮੈਂ ਤਾਂ ਹੁਣ ਨਹੀਂ ਕਹਿੰਦਾ ਸਿੱਖੀ ਅਮਲ ਦੀ ਜਿਹੜੇ ਕੋਲ ਅਮਲ ਨਹੀਂ ਕੀਤਾ ਉਹ ਸਿੱਖ ਨਹੀਂ ਹੋ ਸਕਦਾ ਹੈਗਾ। ਸਿੱਖੀ ਤੁਸੀਂ ਲੱਖ ਪ੍ਰਚਾਰ ਕਰ ਲਓ, ਕਿੰਨਾ ਪ੍ਰਚਾਰ ਕਰ ਲਓ, ਪੰਜਾਬ ਵਿੱਚ ਇਕੱਠ ਹੈਗਾ ਪ੍ਰਚਾਰ ਹੈਗਾ, ਲੇਕਿਨ ਸਿੱਖ ਕਿੱਥੇ ਤੇ ਪੰਜਾਬ ਸਿੱਖ ਮੁੱਕੇ ਜਾਂਦੇ। ਬਾਬਾ ਨਾਨਕ ਤੋਂ ਉਸ ਵੇਲੇ 16ਵੀਂ ਸਦੀ ਵਿੱਚ ਤੁਰ ਕੇ ਕਿੱਥੇ ਪੈਦਲ ਪੈਂਡਾ ਮਾਰ ਕਿੱਥੇ ਤੁਰ ਗਿਆ ਸੀਗਾ। ਹਾਂ ਹੁਣ ਅਸੀਂ ਤਾਂ ਜੇਕਰ ਕਿਤੇ ਹੈਗਾ ਇੱਥੇ ਚੰਡੀਗੜ੍ਹ ਅੰਮ੍ਰਿਤਸਰ ਸਾਨੂੰ ਗੱਡੀ ਚਾਹੀਦੀ, ਇਨੋਵਾ ਗੱਡੀ ਚੰਗੀ ਗੱਡੀ ਚਾਹੀਦੀ ਤਾਂ ਹੀ ਜਾਵਾਂਗੇ, ਨਹੀਂ ਤਾਂ ਨਹੀਂ ਜਾਂਦੇ। ਮੈਂ ਦੇਖਿਆ ਪੰਜਾਬ ਲੋਕਾਂ ਨੂੰ ਦੇਖਿਆ ਹੈਗਾ ਕਿ ਸਾਨੂੰ ਇੰਨੀ ਸੁਵਿਧਾ ਤਾਂ ਤੁਹਾਡੇ ਕੋਲ ਆਪਾਂ ਦੀਵਾਨ ਲਗਾਉਣ ਆਉਣਗੇ, ਠੀਕ ਹੈ, ਨਹੀਂ ਤਾਂ ਨਹੀਂ ਆਉਂਦੇ ਤੁਹਾਡੇ ਕੋਲ। ਭਈ ਬਾਬਾ ਜੀ ਉਹ ਗੱਡੀ ਵਾਲੀ ਥਾਨੇ ਬਾਤ ਕਰੀ ਲੈ ਵੀ ਥਾਨੇ ਘੁੱਦੇ ਨੂੰ ਸਾਈਕਲ ਚਲਾਉਂਦੇ ਦੇਖਿਆ ਹੋਣਾ। ਉਹਨਾਂ ਕੋਲ ਮੈਂ ਸਾਲ 2 ਸਾਲ ਤੇ ਬੜਾ ਕਲੇਸ਼ ਕਰਕੇ ਵੀ ਮੈਂ ਇਹਨੂੰ ਪੁੱਛਣਾ ਵੀ ਸਾਈਕਲ ਲੈਣਾ, ਸਾਈਕਲ ਉਹਨੇ ਲੈਣਾ ਗਪੌੜਾ ਘਟ ਰਿਹਾ। ਬਈ ਮੈਂ ਸਾਈਕਲ ਲੈ ਲਿਆ, ਗਪੌੜ ਨਹੀਂ ਹੈਗੀ, ਸਾਈਕਲ ਪਰਾਂ ਖੜਿਆ। ਅੱਜ ਮੈਂ ਸਾਈਕਲ ਪਰ ਉਹ ਦੱਸਿਆ ਵੀ ਉਹ ਪਰਾਂ ਖੜਿਆ ਰਾਜਪੁਰੇ ਦੇ ਆਇਆ ਚੰਡੀਗੜ੍ਹ, ਹੁਣ ਵਾਪਸ ਜਾਵਾਂਗਾ। ਸੋ ਮੈਂ ਹੁਣ ਉੱਧਰ ਮੁੜ ਰਿਹਾ, ਜੜ੍ਹਾਂ ਜਿਹੜੀਆਂ ਆਪਣੀਆਂ। ਸਾਈਕਲ ਬਹੁਤ ਵਧੀਆ, ਸਾਈਕਲ ਚਲਾਓ ਤੇ ਜਿਸ ਤਰ੍ਹਾਂ ਬਾਈ ਜਗਤਾਰ ਸਿੰਘ ਨੇ ਕਿਹਾ ਵੀ ਅਮਲਾਂ ਤੇ ਹੋਣਗੇ ਨਵੇੜੇ। ਨਹੀਂ ਜਦ ਤੁਸੀਂ ਅਮਲ ਨਹੀਂ ਕਰੋ, ਸਿੱਖ ਲੱਖ ਕੋਸ਼ਿਸ਼ ਕਰੋ, ਅਰਬੋਂ ਤੁਸੀਂ ਖਰਚਾ ਕਰ ਲਓ, ਤੁਸੀਂ ਸਿੱਖੀ ਨਹੀਂ ਪੱਲੇ ਤੁਹਾਡੇ ਨਹੀਂ ਬੂਟਾ ਫੁੱਲਦਾ ਸਿੱਖੇ ਦਾ। ਜਿੱਥੇ ਤੁਹਾਡੇ ਕੋਲ ਅਮਲ ਹੈ, ਕਿਰਦਾਰ ਹੈ, ਨਿਮਰਤਾ ਹੈ, ਤਾਂ ਹੀ ਸਿੱਖੀ ਫਲੋਗੀ। ਮੈਂ ਤੁਹਾਨੂੰ ਗੱਲ ਦੱਸਦਾ, ਪੰਜਾਬ ਦੇ ਵਿੱਚ ਮੈਨੂੰ ਕਦੇ ਕਦੇ ਔਖਾ ਹੋ ਜਾਂਦਾ ਹੈ ਕਿ ਲੋਕੀ ਕਹਿੰਦੇ ਯਾਰ ਤਾਂ ਬਾਹਰੋਂ, ਮੇਰੇ ਪਰਸਨਲੀ ਕਦੇ ਕਦੇ ਹੋ ਜਾਂਦਾ ਕਿ ਭਾਈ ਇਹ ਤਾਂ ਬਾਹਰੋਂ ਆਇਆ ਹੈ ਤਾਂ ਸਿੱਖ ਕਿਵੇਂ ਹੋ ਸਕਦਾ। ਜਾਂ ਜਿਹੜੇ ਬਾਹਰ ਬੰਦੇ ਉਹ ਸਿੱਖ ਨਹੀਂ ਹੋ ਸਕਦੇ, ਜਿਹੜੇ ਦਿੱਲੀ ਪੰਜਾਬ ਜਾਂ ਬਿਹਾਰ ਯੂਪੀ ਤੇ ਬਸਦੇ, ਆਂਧਰਾ ਤੱਕ ਜਾਂ ਕਾਬੁਲ ਤੋਂ ਉਹ ਵੀ ਸਿੱਖੇਗਾ। ਗੁਰੂ ਸਾਹਿਬ ਦੇ ਸਮੇਂ ਕਿੰਨੇ ਦੂਰ ਤੇ। ਤੁਸੀਂ ਇਹ ਨਾ ਕਹੋ ਕਿ ਜਿਹੜੇ ਪੰਜਾਬ ਹੈ ਤਾਂ ਵਹੀ ਇਕੱਲੇ ਸਿੱਖ ਹੋ ਸਕਦੇ ਹੈਗੇ। ਕੀ ਬਾਤ ਹੈ, ਆ ਤਾਂ ਸਿਰਾ ਕਰਾਤਿਆ। ਸੋ ਬਈ ਅੱਜ ਇੰਨੇ ਅਜੂਬੇ ਜਿਹੜੇ ਦੋ ਪਹਿਲਾਂ ਮੈਂ ਗੱਲ ਦੱਸਦਾ, ਇੱਕ ਹੋਰ ਗੱਲ ਦੱਸਦਾ। ਮੈਂ ਰਾਂਚੀ ਦਾ ਰਹਿਣ ਵਾਲਾ ਸੀਗਾ। ਮੈਂ ਸਾਡੇ ਕੋਲ ਮੈਂ ਇੱਕ ਫੈਮਿਲੀ ਨੂੰ ਜਾਣਦਾ ਸੀਗਾ ਜਿਹੜੇ ਸਿੱਖ ਸੀਗੇ। ਉਹਦੇ ਮੁੰਡੇ ਨੇ ਕੇਸ ਕਟਾਤਾ, ਉਹਦੇ ਪਿਓ ਨੇ ਆਪਣੇ ਮੁੰਡੇ ਨੂੰ ਬੇਦਖਲ ਕਰਤਾ ਸਾਰੇ, ਤੇ ਉਹਨੇ ਕਰੋ ਕਰਤਾ ਸੀਗਾ ਬਈ ਤੂੰ ਸਾਡਾ ਮੁੰਡਾ ਨਹੀਂ ਹੋ ਸਕਦਾ। ਪੰਜਾਬ ਵਿੱਚ ਕਿੰਨੇ ਕੁ ਸਿੱਖਾਂ ਮੁੰਡੇ ਸਿੱਖ ਕੇਸ ਕਰਾਉਣ, ਕੋਈ ਨਾ ਕੋਈ, ਚਲੋ ਕੋਈ ਦਿੱਕਤ ਨਹੀਂ ਹੈਗਾ। ਅਮਲਾਂ ਤੇ ਹੋਣਗੇ ਨਵੇੜੇ। ਸੋ ਬਹੁਤ ਧੰਨਵਾਦ ਬਾਬਾ ਜੀ ਜਗਤਾਰ ਸਿੰਘ ਜੀ। ਸੋ ਬਈ ਕਮਾਲ ਹੈ। ਸੋ ਅੱਜ ਦਿਖਾਣਾ ਤਾਂ ਮੈਂ ਤੁਹਾਨੂੰ ਵੀ ਕਿੰਨੀ ਤਰ੍ਹਾਂ ਦੀ ਦੁਨੀਆ, ਵੱਖਰੇ ਰੰਗ ਹੈ ਤੇ ਇਹਨਾਂ ਰੰਗਾਂ 'ਤੇ ਜਗਤਾਰ ਸਿੰਘ ਨੇ ਕਮਾਲ ਹੈ। ਸੋ ਆਨਲਾਈਨ ਦੀਵਾਨ ਨਾ ਲਾਓ ਯਾਰ, ਰਹਿਮ ਕਰੋ ਤੇ ਅਮਲਾ ਕਿ ਨਹੀਂ ਤੁਰਨਾ। ਅਮਲ ਕਰ ਲਓ, ਤੁਸੀਂ ਸਿੱਖੀ ਤਾਂ ਅਮਲ ਕਰੋ। ਤੁਸੀਂ ਨਿਮਰਤਾ ਲਿਆਓ ਆਪਣੇ ਵਿਚਾਰ ਦੇ ਵਿੱਚ ਗੱਲਾਂ ਨੂੰ। ਸਿੱਖ ਭਾਵੇਂ ਗਰੀਬ ਹੋ ਜਾਂ ਸਿੱਖ ਹੁੰਦਾ ਉਹਦੇ, ਤੁਸੀਂ ਇਹ ਨਾ ਕਰੋ ਕਿ ਅਮੀਰ ਸਿੱਖ ਜਾਂ ਗਰੀਬ ਸਿੱਖ ਵਿਤਕਰਾ ਨਾ ਕਰੋ ਕਿਸੇ ਨਾਲ। ਮੈਂ ਬਹੁਤੇ ਥਾਈਂ ਦੇਖ ਲੈਂਦਾ ਹਾਂ, ਪਰੰਤੂ ਦਰਬਾਰ ਸਾਹਿਬ ਕਦੇ ਜਾ ਕੇ ਦੇਖ ਲਓ, ਤੇ ਵੀ ਸਿੱਖ ਵਿਤਕਰਾ ਹੋ ਜਾਂਦਾ ਹੈ। ਸੋ ਇੰਨਾ ਹੀ ਬਸ, ਜਿਉਂਦੇ ਰਹੋ, ਰੱਬ ਰਾਖਾ। ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਉਹ ਬਾਈ ਤੇ ਬਾਅਦ ਇੱਕ ਹੋਰ ਅਜੂਬੇ ਮੇਰੀ ਗੈਲ ਹੈ ਤੇ ਇਹਨਾਂ ਨਾਲ ਬਾਤਾਂ ਕਰਾਂਗੇ। ਅਫਜ਼ਲ ਸਾਹਿਰ ਨੇ ਬਹੁਤ ਵਧੀਆ ਪਾਕਿਸਤਾਨ ਦੀ ਬਾਰੇ ਵਿੱਚ ਲਿਖਿਆ ਇੱਕ ਵੀ ਅਸੀਂ ਅੱਖਾਂ ਮਲਮਲ ਵੇਖੀਏ ਕਿ ਖੇਡਾਂ ਹੋਈਆਂ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ। हमारी बहुगिनती आजकल वैसे भेडां वाली है, जो चल रहा है हमें उसी की गैल चल रहे हैं। हमें उस चीज़ को कदे भी उसमें नहीं देखते भी ये गलत है सही है। तो मेरी गैल है अज, अपना नाम क्या है जी? राजेश भारत। राजेश भारत जी हैं राजस्थान ते। इन्होंने 6-7 साल ते कमीज नहीं पाई। कोई नहीं, आ जाओ, फट जाओ। 8 साल ते तो इन्हों की कहानी सुनेंगे भी यह जे अजूबे मिल के रूह खुश हुआ यार भी कोई लहदा काम कर रहा, बंदा नवीं पैड़ पा रहा। भरत जी तुसी सुनाओ भी थोड़ी कहानी क्या है, क्यों नहीं पाई ये कमीज? एडवोकेट हूँ और लेकिन मुख्यतः लीगल एक्टिविस्ट हूँ, पॉलिटिकल एक्टिविस्ट हूँ। आईडीपी इंटरनेशनलिस्ट डेमोक्रेटिक प्लेटफार्म पे काम करता हूँ। गंगानगर राजस्थान से हूँ जी जी। और इन्होंने जो सवाल पूछा उसके लिए ये है निवेदन आप सबसे कि अभी हमारे यहाँ पे जो डिसीजन मेकिंग पावर है सोसाइटी को चलाने के लिए वो गवर्नमेंट है, यूँ लगता है, लेकिन एक्चुअल में गवर्नमेंट से वो रोल कहीं न कहीं छीना जा चुका है। वो कारपोरेट घरानों के पास चला गया है। उस आंदोलन बेघरों के लिए आंदोलन गंगानगर की था, गंगानगर में किया। क्या आंदोलन किया था? वो था कि गरीब बेघरों को, जिनके पास पीढ़ियों से घर नहीं थे, उनको घर देना एक कल्याणकारी राज्य का दायित्व था, लेकिन सरकारें वो दायित्व निभा नहीं रही थी। और एक प्राइवेटाइजेशन का जो दौर शुरू हुआ उसमें जो थोड़ा बहुत कहीं न कहीं सरकारी एजेंसियाँ, हाउसिंग बोर्ड या यूआईटी या नगर पालिकाएँ या ग्राम पंचायतें जो मकान बना रही थी वो भी बंद हो गए, रियल इस्टेट के भरोसे छोड़ दिए गए, प्राइवेट कॉलोनाइजरों के भरोसे छोड़ दिए गए। एक्चुअल में वो भू माफिया का भेष बदला हुआ था
रियल इस्टेट वालों का या कॉलोनाइज़रों का। तो इस सूरत में हमने वो मूवमेंट किया कि बेघरों को घर गवर्नमेंट दे, और प्राइवेट कॉलोनाइज़र जो कॉलोनाइज डेवलप कर रहे हैं उसमें भी उनकी हिस्सेदारी तय करी जाए। इसी बात पे वो आंदोलन किया और वो आज तक चलता जा रहा है। बीच में उस आंदोलन को तोड़ने के लिए जो कोशिशें हुई, हम पे हमले हुए, जानलेवा हमले हुए, जिंदा जलाने की कोशिशें हुई, रात को कुचल के मारने की कोशिशें हुई हमारे दर्जनों दर्जनों साथियों को, पुलिस का जो उसमें डायरेक्ट गुंडों का सा रोल आया, तो उस सब के खिलाफ हमने फिर ये शपथ ली थी 2014 में कि ये शर्ट तभी पहनेंगे जब इस मूवमेंट को समग्र रूप से जीत लेंगे, उनको घर मिलेंगे, गलत करने वालों के खिलाफ कार्रवाइयाँ हो जाएंगी। ਅੱਛਾ, ਤੁਸੀਂ ਮਤਲਬ ਕਿ ਕਮੀਜ਼ ਨਹੀਂ ਪਾਉਂਦੇ? जी जी ਇਹ ਪਰਨਾ ਇੱਕ ਤਰ੍ਹਾਂ ਦਾ ਪਰਨਾ ਹੁੰਦਾ ਜੇ ਪੰਜਾਬ 'ਚ, ਉਹੀ ਵਿਆਹ ਜਾਓ ਸ਼ਾਦੀ ਕਿਤੇ ਵੀ 24 ਘੰਟੇ, इसी तरह। ਮਤਲਬ ਕਿ ਜਿਸ ਤਰ੍ਹਾਂ ਬਾਹਰ ਜਾਣਾ ਘਰ ਤੋਂ ਹੀ। हाँ जी ਤੁਸੀਂ ਅੱਛਾ, ਜਦੋਂ ਜੱਜ ਨੇ ਤੁਹਾਨੂੰ ਕਿ ਉਹ ਇੱਕ ਜੱਜ ਨਾਲ ਵੀ ਥੋੜੀ ਗੱਲ, ਜੱਜ ਤੁਸੀਂ ਕਚਹਿਰੀ ਜਾਂਦੇ ਆ, हाँ जी हाँ ਜੱਜ ਨੇ ਕੀ ਕਿਹਾ ਨਹੀਂ ਵੀ ਕੱਪੜੇ ਪਾਓ? होता है असल में एक जुडिशरी में जो चीज़ें चल पड़ी हैं कि अनफेयर गेम, फाउल गेम, ये सारी चीज़ें या फिक्स मैच का हो जाना, वो सारी चीज़ें हमें कहीं अखरती हैं, और जब अखरती हैं और हम उस चीज़ के हिस्से नहीं होते तो डायरेक्ट हमें कहीं ना कहीं उनका विरोध दर्ज करना पड़ता है, उनकी आलोचनाएं समालोचनाएं करनी पड़ती हैं। ये बातें पीठासीन अधिकारियों को बड़ी अखरती हैं। ऐसे ही एक मामले में अभी हमने एक मजिस्ट्रेट को कह दिया था कि ये आपका फाउल गेम नहीं चलेगा, कानून को तोड़ के जो कुछ आप कारगुजारियाँ करते हैं ये नहीं चलेगा, हम इसकी खिलाफत करते हैं और आपके खिलाफ़ IPC 219 में मुकदमा दर्ज होना चाहिए। इन सारी बातों को जब हमने हाईलाइट किया, ऑन रिकॉर्ड लिया, तब उनके पास और कुछ नहीं था। उन्होंने फिर कलेक्टर को लिखा कि ये बिना ड्रेस कोड के कोर्ट में आ काला जाते कोट हैं। है ना, काला कोट? हाँ, काला वो कोट, हाँ। सफ़ेद शर्ट, ये सब, तो उसके बिना कोर्ट में आ जाते हैं, कोर्ट की प्रक्रिया पे टीका टिप्पणियाँ करते हैं, अनर्गल टिप्पणियाँ करते हैं, इस तरह की बातें लिखी। हमने उनके खिलाफ़ 219 में एप्लीकेशन दिया कि इनके खिलाफ़ FIR हो, थाने में भी पेश किया और उनके खिलाफ़ भी सत्याग्रह किया। तो ये स्थिति है। अब आगे 17 तारीख है, देखो क्या होता है। ਅੱਛਾ, ਤੁਸੀਂ ਮਤਲਬ ਕਿ ਤੁਹਾਡੇ ਘਰਦਿਆਂ ਨੇ ਵੀ ਤੁਹਾਨੂੰ ਸਵੀਕਾਰ ਕਰ ਲਿਆ ਵੀ ਤੁਸੀਂ ਕਮੀਜ਼ ਨਹੀਂ ਪਾਣੀ? ਉਹ ਨਹੀਂ ਕਹਿੰਦੇ ਨਹੀਂ ਵੀ ਮੈਂ ਸ਼ਾਇਦ ਬਾਜ਼ਾਰ ਜਾਣਾ, ਤੁਹਾਡੇ ਨਾਲ ਚੰਗਾ ਨਹੀਂ ਲੱਗਦਾ? ਤੁਹਾਡੇ ਜੇ ਤੁਹਾਡੀ पत्नी वो समस्या नहीं आई, वो नहीं आई। वो कहीं ना कहीं ये इस मामले में सौभाग्यशाली रहा कि उन्होंने मेरे संकल्प को सलामियाँ दी, मेरे संकल्प में मेरी परेशानियों में बराबर खड़ी। ਤੁਸੀਂ ਹੁਣ ਗੰਗਾਨਗਰ 'ਚ ਉੱਧਰ ਮਸ਼ਹੂਰ ਹੋਣੇ ਵੀ ਜਿਹੜਾ ਐਡਵੋਕੇਟ ਕੱਪੜਾ 'ਚ ਝੱਗਾ ਨਹੀਂ ਪਾਉਂਦਾ। हाँ हाँ, वो भी है कि वो वहाँ लोकल भाषा में कह देते हैं बिना कुर्ती वाले वकील। ਸੋ ਬਿਨਾਂ ਕੁੜਤੀ ਵਾਲੇ ਵਕੀਲ ਹੈ। ਅੱਛਾ, ਜਿਹੜਾ ਕਾਲਾ ਕੋਟ ਹੈ, ਪੈਂਟ ਹੈ, ਲੱਗਦਾ नहीं अंग्रेजों ने चलाया, गुलामी दी गुलामी दी निशानी है? बिल्कुल है। यहाँ पर हमारे हिंदुस्तान का कपड़ा ही हो। अनलॉजिकल भी है। हमारे यहाँ के इन्वायरमेंट, हमारे यहाँ के टेम्परेचर से मैच भी नहीं खाता है कि राजस्थान में हमारे यहाँ 50-50 डिग्री सेल्सियस का वो टेम्परेचर रहता है। उस कंडीशन में कोट लगाना, बंद ऊपर का बटन और ऊपर टाई लगा लेना, ये असहनीय स्थितियाँ होती हैं जो बस चली आ रही हैं। अंग्रेज़ी राज की मेंटलिटी नहीं बदल रही है, अंग्रेज़ी राज के तौर तरीके नहीं बदल रहे हैं। हाँ ਜਦੋਂ ਹੁਣ ਮਤਲਬ ਕਿ ਜਦ ਤੱਕ ਉਹ ਬੇਘਰਿਆਂ ਨੂੰ ਘਰ ਨਹੀਂ ਮਿਲਦੇ ਤੁਸੀਂ ਕਮੀਜ਼ नहीं पाते? हाँ जी हाँ जी हाँ जी, तो ये है। और उसमें एक्चुअल में ये था कि आमूलचूल परिवर्तन की बात थी। हम सरल रूप से कह देते हैं कि जब तक उनको घर ना मिले, वो शपथ थी कि जब तक वो जो गलत कर रहे हैं उनके खिलाफ़ कार्रवाई ना हो जाए, एक जनता को ये पावर ना मिल जाए कि जनता खुद उनके खिलाफ़ कार्रवाइयाँ करे, निरीह रूप में अत्याचारों को सह ना पाए। और वो बात जाती है मौजूदा सिस्टम का अल्टरनेट देने तक और एक इलेक्शन रिफॉर्म से कहीं ना कहीं उसको शुरू करने तक, कि जहां जनता के पास पावर हो कि इस तरह से गलत करने वाले अधिकारियों के खिलाफ जनता खुद कार्रवाइयाँ कर सके। वो बातें वहाँ तक जाती हैं। चूँकि ये बातें अभी आम मास को ये समझ में आने की नहीं है, इसलिए सरल रूप से कह देते हैं कि यार जब तक थानेदार के खिलाफ कार्रवाई नहीं हो, जब तक कत्ल का प्रयास करने वालों पे कार्रवाई नहीं हो, या जब तक घर ना मिल जाए तब तक। एक्चुअल में वो शपथ हमारी वो है, हमारा वो शपथ पत्र जो उससे अगले दिन हमने जारी किया वो ये। ਕਮਾਲ ਦੇ ਬੰਦੇ ਆ। ਲੈ ਵੀ ਮੈਂ ਐਸੇ ਬੰਦਿਆਂ ਨੂੰ ਲੱਭਦਾ ਰਹਿਣਾ ਜੀ ਜਿਹੜੇ ਕੁਝ ਬਿਲਕੁਲ ਹੀ ਇਸ ਤਰ੍ਹਾਂ ਕਰ ਰਹੇ ਵੀ ਦਰਿਆ ਪਾਣੀ ਇੱਧਰ ਨੂੰ ਜਾ ਰਿਹਾ, ਉਹ ਬੰਦਾ ਇੱਧਰ ਨੂੰ ਜਾ ਰਿਹਾ। ਸੋ ਤੁਸੀਂ ਉਹ ਬੰਦੇ हैं। और कल भी एक है हमारा कार्यक्रम कि हम हर साल अक्सर किया करते हैं कि दोनों देशों के बीच में जो बहुत बड़ा खर्चा हो रहा रक्षा के नाम पे 2,94,000 करोड़ रुपया है शायद बजट का हिस्सा, तो वो पैसा अगर भारत पाकिस्तान आपस में दोस्ती करें तो वो बजट का बड़ा हिस्सा बचता है और उससे देश के बेघरों को घर मिलता है, रोटी रोज़गार मिलने के लोगों को रस्ते खुलते हैं। बहुत मेहरबानी जी, बहुत शुक्राना। ਲੈ ਵੀ ਕਮਾਲ ਦੀਆਂ ਬਾਤਾਂ। ਤੇ ਗੰਗਾਨਗਰ के अंदर ही, गंगानगर शहर से रहते थे जी जी।
ਤੇ ਨਾਮ ਦੁਬਾਰਾ ਦੱਸਿਓ ਆਪਣਾ। राजेश भारत। ਵਿਜੇਸ਼ ਭਰਤ ਜੀ हाँ जी। ਐਡਵੋਕੇਟ ਹੈ, ਕਮੀਜ਼ ਨਹੀਂ ਪਾਉਂਦੇ, ਕਮਾਲਾਂ ਹੀ ਹੈ। ਹਰਮਨ ਤੂੰ ਕੱਪੜੇ ਦੇ ਇੰਨੇ ਪੈਸੇ ਕਰ ਦਿੰਦਾ ਖਰਚ, ਐਲੰਟੇ ਮਾਲ ਚ ਲੈਣਾ, ਕਿਤੇ ਕਿਸੇ ਮਾਲ ਚ ਲੈ ਜਾਂਦਾ, ਇਹ ਬੰਦਾ ਕਮੀਜ਼ ਲੈਣ ਜਾਂਦਾ 3000 ਦੀ, ਪੈਂਟ 5000 ਦੀ। ਦੇਖੋ ਪਰਨਾ, ਕੀ ਬਾਤ ਹੈ, ਕਮਾਲ।